ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ। ਜਿਸ ਪਹਿ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋਉ ਤੂੰ ਕਦ ਕਾ। ਬ੍ਰਹਮਾ ਮਹੇਸ਼ ਸਿਰੇ ਤੈ ਅਗਨਤ ਤਿਨ ਕੋ ਭੋਮੋ ਭਇਆ ਮਨ ਮਦ ਕਾ। 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੋਂ ਕਉ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਬੇਸ਼ੁਮਾਰ ਅਥਾਹ ਅਗਣਤ ਅਤੁੱਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਾਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਖੰਡਾਂ ਬ੍ਰਹਮੰਡਾਂ ਦੇ ਮਾਲਕ ਭਗਤ ਬਾਸ਼ਲ ਪਤਿਤ ਪਾਵਨ
ਦਸਾਂ ਗੁਰੂ ਸਾਹਿਬਾਨਾਂ ਦੀ ਜਾਗਤ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਕਲਗੀ ਵਾਲੇ ਪਾਤਸ਼ਾਹ ਮਰਦ ਅਗੰਮੜੇ ਸਤਿਗੁਰੂ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿਦਕੀ ਸਿੱਖ ਭਾਈ ਗੁਲਾਬ ਸਿੰਘ ਜੀ ਨਿਸਤਾਰਾ ਅਸਥਾਨ ਗੁਰਦੁਆਰਾ ਭੋਰਾ ਸਾਹਿਬ ਪਾਤਸ਼ਾਹੀ ਦਸਵੀਂ ਹਰ ਰੋਜ਼ ਦੀ ਤਰ੍ਹਾਂ ਗੁਰੂ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਦੇ ਹੋਏ ਵੱਡੇ ਭਾਗਾਂ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੇ ਪਿਆਰ ਵਿੱਚ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਉਦਮ ਉਪਰਾਲਾ ਕਰਕੇ ਪਹੁੰਚੇ ਹੋ। ਸਤਿਗੁਰਾਂ ਦੇ ਪਿਆਰ ਦੇ ਵਿੱਚ ਰਸਨਾ ਪਵਿੱਤਰ ਕਰੀਏ ਜੀ, ਅੰਮ੍ਰਿਤ ਵੇਲੇ ਦੀ ਹਾਜ਼ਰੀ ਲਵਾਉਣਾ ਕਰੀਏ। ਸਤਿਗੁਰਾਂ ਦੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਸਾਡੀ ਮਾਂ ਬਣ ਕੇ, ਸਾਡਾ ਪਿਓ ਬਣ ਕੇ, ਸਾਡੇ ਮਿੱਤਰ ਬਣ ਕੇ, ਸਾਡੇ ਬੰਧਪ ਭਰਾਤਾ ਪਤੀ ਬਣ ਕੇ ਹਰ ਇੱਕ ਤਰੀਕੇ ਦੇ ਨਾਲ ਜੋ ਮਨੁੱਖ ਸੰਸਾਰ ਵਿੱਚ ਆ ਕੇ ਭਟਕ ਚੁੱਕਿਆ, ਜਿਵੇਂ ਗੁਰਬਾਣੀ ਵਿੱਚ ਇੰਨੇ ਕੁ ਉਦਾਹਰਣ ਦਿੱਤੇ ਨੇ ਮਹਾਰਾਜ ਨੇ ਵੀ ਜਿਵੇਂ ਮਿਰਗ ਭਟਕ ਜਾਂਦਾ ਹੈ। ਮਿਰਗ ਨੂੰ ਲੱਗਦਾ ਹੈ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਇਉਂ ਜਦੋਂ ਜੀਵ ਨੂੰ ਭਰਮ ਪੈ ਜਾਵੇ, ਸ਼ੰਕਾ ਪੈ ਜਾਵੇ, ਤਾਂ ਤਕਰੀਬਨ ਉਹਦਾ ਜੀਵਨ ਹੈ ਜਿਹੜਾ, ਉਹਦਾ ਜਿਉਣ ਦਾ ਤਰੀਕਾ ਢੰਗ ਬੇਸੁਆਦਾ ਅਤੇ ਕਿਰਕਰਾ ਹੋ ਜਾਂਦਾ ਹੈ। ਬਿਲਕੁਲ ਸੇਮ ਇਸੇ ਤਰ੍ਹਾਂ ਆ ਕੇ ਮਨੁੱਖ ਨੂੰ ਸੰਸਾਰ 'ਤੇ ਆ ਕੇ ਇੱਕ ਭਰਮ ਪਿਆ, ਇੱਕ ਸ਼ੰਕਾ ਪਿਆ। ਉਹ ਕਿਹੜਾ ਸ਼ੰਕਾ ਹੈ? ਮੈਂ ਵੱਖਰੀ ਹਸਤੀ ਹਾਂ, ਵਾਹਿਗੁਰੂ ਪ੍ਰਮਾਤਮਾ ਵੱਖਰੀ ਹਸਤੀ ਹੈ। ਇਹਨੂੰ ਦਵੰਦ ਕਹਿੰਦੇ ਨੇ, ਦੁਆਇਤ ਕਹਿੰਦੇ ਨੇ। ਜਦੋਂ ਇਹਨੂੰ ਇਹ ਭਰਮ ਪੈ ਗਿਆ ਤਾਂ ਮਹਾਰਾਜ ਜੀ ਨੇ ਫਿਰ ਇਹਨੂੰ ਭੁੱਲੇ ਹੋਏ ਭਟਕੇ ਹੋਏ ਮਨੁੱਖ ਨੂੰ, ਮਨ ਨੂੰ ਕਹਿ ਲਓ, ਭਟਕੇ ਹੋਏ ਮਨੁੱਖ ਨੂੰ ਆਵਾਜ਼ ਮਾਰੀ, ਗੁਰਸਿੱਖਾ ਜੇ ਇਸ ਤਰ੍ਹਾਂ ਤੂੰ ਭਰਮ ਦੇ ਵਿੱਚ ਰਿਹਾ, ਭਟਕਦਾ ਰਹੇਗਾ, ਤੇਰੀ ਭਟਕਣਾ ਨਹੀਂ ਮਿਟੇਗੀ। ਫਿਰ ਪਾਤਸ਼ਾਹ ਹੁਣ ਕੀ ਕਰੀਏ? ਇਹ ਭਰਮ ਘਟ ਨਹੀਂ ਰਿਹਾ। ਜਿਵੇਂ ਜਿਵੇਂ ਸਾਡੀ ਆਯੂ ਉਮਰ ਵੱਧਦੀ ਹੈ, ਇਹ ਭਰਮ ਵੀ ਸਾਡਾ ਵੱਧਦਾ ਤੁਰਿਆ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਰੋਗ ਉਤਪੰਨ ਹੋ ਜਾਂਦੇ ਨੇ। ਹਉਮੈ ਵਾਲਾ ਰੋਗ, ਚਤੁਰਾਈ, ਚਲਾਕੀ, ਚੰਚਲਤਾਈ, ਬੇਸਮਝੀ, ਬੇਪਰਵਾਹੀ, ਲਾਪਰਵਾਹੀ, ਇਹ ਸਾਰੀਆਂ ਚੀਜ਼ਾਂ ਇਹ ਭਰਮ ਦੇ ਵਿੱਚੋਂ ਜਨਮ ਲੈਂਦੀਆਂ ਨੇ। ਫਿਰ ਮਹਾਰਾਜ ਜੀ ਨੇ ਆਵਾਜ਼ ਮਾਰੀ, ਗੁਰਸਿੱਖਾ ਪੱਬਾ ਭਰਮ ਮਿਟਾਵੋ ਆਪਣਾ, ਪੱਬਾ ਭਰਮ ਮਿਟਾਵੋ ਆਪਣਾ, ਪੱਬਾ ਭਰਮ ਮਿਟਾਵੋ ਆਪਣਾ, ਪੱਬਾ ਭਰਮ ਮਿਟਾਵੋ ਆਪਣਾ। ਯਾ ਸੰਸਾਰ ਸਗਲ ਹੈ ਸੁਪਨਾ, ਯਾ ਸੰਸਾਰ ਸਗਲ ਹੈ ਸੁਪਨਾ, ਯਾ ਸੰਸਾਰ ਸਗਲ ਹੈ ਸੁਪਨਾ, ਯਾ ਸੰਸਾਰ ਸਗਲ ਹੈ ਸੁਪਨਾ। ਪੱਬਾ ਭਰਮ ਮਿਟਾਵੋ ਆਪਣਾ, ਪੱਬਾ ਭਰਮ ਮਿਟਾਵੋ ਆਪਣਾ, ਪੱਬਾ ਭਰਮ ਮਿਟਾਵੋ ਆਪਣਾ, ਪੱਬਾ ਭਰਮ ਮਿਟਾਵੋ ਆਪਣਾ। ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠ, ਗੁਰੂ ਦੀ ਬਾਣੀ ਦੇ ਨਾਲ ਜੁੜ, ਸ਼ਬਦ ਦੇ ਨਾਲ, ਨਾਮ ਦੇ ਨਾਲ ਜੁੜ ਕੇ ਉਹ ਭਰਮ ਆਪਣਾ ਦੂਰ ਕਰ ਲੈ। ਸਮਾਂ ਹੁਣ ਮੌਕਾ ਹੈ। ਜਿਤਨਾ ਚਿਰ ਇਹ ਭਰਮ ਨਹੀਂ ਮਿਟੇਗਾ, ਦੁਆਇਤ ਦੇ ਵਿੱਚ
ਦੁਵੰਦ ਪਦ ਦੇ ਵਿੱਚ ਦੁੱਖ ਹੀ ਜਨਮ ਲੈਂਦੇ ਨੇ, ਸੁੱਖ ਤਾਂ ਉੱਥੇ ਇਸ਼ਾਰੇ ਮਾਤਰ ਹੀ ਹੈ, ਮਾੜਾ ਮੋਟਾ। ਮਹਾਰਾਜ ਜੀ ਕਹਿੰਦੇ ਓਨਾ ਚਿਰ ਤੂੰ ਬੁਰਾ ਭਲਾ ਹੀ ਵੇਖੀ ਜਾਵੇਂਗਾ, ਅੰਦਰੋਂ ਬੈਰ ਭਾਵਨਾ ਨਹੀਂ ਨਿਕਲਣੀ। ਕਿਉਂਕਿ ਮਹਾਰਾਜ ਦੇ ਬਚਨ ਨੇ, ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹੋਂ ਮਾਹੇ। ਓਨਾ ਚਿਰ ਹੀ ਮਨੁੱਖ ਬੁਰਾ ਵੇਖਦਾ ਹੈ, ਭਲਾ ਵੇਖਦਾ ਹੈ, ਜਿੰਨਾ ਚਿਰ ਦੁਆਇਤ ਦੇ ਵਿੱਚ ਹੈ। ਜਿਹੜਾ ਤਾਂ ਇਹਦੇ ਮਨ ਨੂੰ ਲੱਗਿਆ ਵੀ ਆਹ ਤਾਂ ਭਲਾ ਹੈ, ਉਹਨੂੰ ਤਾਂ ਇਹ ਭਲਾ ਕਹਿ ਦਿੰਦਾ ਹੈ। ਜਿਹੜਾ ਇਹਦੇ ਮਨ ਨੇ ਭਰਮ ਦੇ ਵਿੱਚ ਆਖ ਦਿੱਤਾ ਇਹ ਬੁਰਾ ਹੈ, ਉਹਨੂੰ ਇਹ ਬੁਰਾ ਆਖ ਦਿੰਦਾ ਹੈ। ਜਿਹੜਾ ਇਹਨੂੰ ਲੱਗਿਆ ਵੀ ਆਹ ਮੇਰਾ ਮਿੱਤਰ ਹੈ, ਉਹਨੂੰ ਇਹ ਮਿੱਤਰ ਬਣਾ ਲੈਂਦਾ ਹੈ। ਜਿਹੜਾ ਲੱਗਿਆ ਵੀ ਇਹ ਮੇਰਾ ਦੁਸ਼ਮਣ ਹੈ, ਉਹਨੂੰ ਦੁਸ਼ਮਣ ਬਣਾ ਲੈਂਦਾ ਹੈ। ਪਰ ਮਹਾਰਾਜ ਕਹਿੰਦੇ ਜਦੋਂ ਭਰਮ ਨਿਕਲ ਗਿਆ ਨਾ, ਫਿਰ ਮਹਾਰਾਜ ਕਹਿੰਦੇ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਸੋ ਇਸ ਤਰ੍ਹਾਂ ਜਦੋਂ ਭਰਮ ਇਹਦੇ ਅੰਦਰ ਆਇਆ ਤਾਂ ਫਿਰ ਸਭ ਤੋਂ ਪਹਿਲੀ ਗੱਲ ਮਨੁੱਖ ਹੰਕਾਰ ਕਰਦਾ ਹੈ, ਗਰਬ ਕਰਦਾ ਹੈ। ਭਗਤ ਕਬੀਰ ਜੀ ਨੇ 4 ਸ਼ਲੋਕ ਹੰਕਾਰ ਦੇ ਉੱਪਰ ਇਕੱਠੇ ਲਿਖੇ ਹੋਏ ਨੇ। ਵੇਖੋ ਵੀ ਮਨੁੱਖ ਕਿਹੜੀਆਂ ਕਿਹੜੀਆਂ ਗੱਲਾਂ ਦਾ ਗਰਬ ਕਰਦਾ ਹੈ। ਕਹਿੰਦੇ ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਹਾਡ, ਸੁੰਦਰ ਦੇਹੀ ਦਾ, ਸੋਹਣੀ ਹਾਈਟ ਦਾ, ਸੋਹਣੇ ਰੰਗ ਰੂਪ ਦਾ ਬੰਦਾ ਹੰਕਾਰ ਕਰੀ ਜਾਵੇ, ਮਾਣ ਕਰੀ ਜਾਵੇ, ਕਹਿੰਦੇ ਤਾਂ ਚੰਮ ਦੇ ਵਿੱਚ ਹੱਡ ਲਪੇਟੇ ਹੋਏ ਨੇ। ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਡ, ਹਾਥੀਆਂ ਦੇ ਉੱਤੇ ਘੋੜਿਆਂ ਦੇ ਉੱਤੇ ਕਾਠੀਆਂ ਸਿਉਨੇ ਦੀਆਂ ਤੇ ਉੱਪਰ ਛਤਰ ਝੁੱਲਦੇ ਸੀ। ਕਹਿੰਦੇ ਕਬਰਾਂ ਵਿੱਚ ਦੱਬੇ ਪਏ ਨੇ, ਪਤਾ ਹੀ ਨਹੀਂ ਲੱਗਿਆ ਕਿੱਧਰ ਤੁਰ ਗਏ। ਫਿਰ ਕਹਿੰਦੇ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਫਿਰ ਬੰਦਾ ਆਪਣੇ ਮਹਿਲ ਮਾੜੀਆਂ ਦਾ, ਆਪਣੇ ਅਹੁਦਿਆਂ ਦਾ, ਆਪਣੇ ਵੱਡਪਣ ਦਾ ਇਹ ਹੰਕਾਰ ਕਰਦਾ। ਭਰਮ ਪੈ ਗਿਆ ਨਾ, ਮੈਂ ਦੁਆਇਤ ਆ ਗਈ। ਫਿਰ ਕਹਿੰਦੇ ਉੱਚੇ ਆਵਾਸ ਦਾ, ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਕਿਰਪਾ ਨਾਲ। ਜਿਹੜਾ ਸਿੱਖ ਹੈ ਨਾ, ਸਿੱਖ ਦੀ ਇਹ ਡੈਫੀਨੇਸ਼ਨ ਹੋ ਜਾਂਦੀ ਹੈ, ਕੋਈ ਵੀ ਪ੍ਰਾਪਤੀ ਕਰਦਾ ਹੈ ਸਿੱਖ ਕਹਿੰਦਾ ਮੇਰੇ ਗੁਰੂ ਦੀ ਕਿਰਪਾ ਨਾਲ ਹੋਇਆ। ਤੇ ਭਰਮ ਦੇ ਵਿੱਚ ਪਿਆ ਬੰਦਾ ਕਹਿੰਦਾ ਵੇਖ ਮੈਂ ਕੀਤਾ। ਆਪਣੇ ਘਰਾਂ ਦੀਆਂ ਗੱਲਾਂ ਨੇ। ਆਪਣੇ ਘਰ ਵਿੱਚ ਨਾ ਕਈ ਵਾਰ ਕੋਈ ਗੱਲ ਹੋਵੇ ਤਾਂ ਜਿਹੜਾ ਕੋਈ ਮੁਖੀਆ ਬੰਦਾ ਹੁੰਦਾ ਉਹ ਕਹਿੰਦਾ ਲੈ ਜੇ ਮੈਂ ਨਾ ਕਰਦਾ ਤੁਸੀਂ ਕਿੱਥੋਂ ਕਰ ਲੈਂਦੇ। ਭਾਵ ਉਹਨੇ ਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ। ਫਿਰ ਕਹਿੰਦੇ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਮਹਾਰਾਜ ਜੀ ਸਾਨੂੰ ਜਿਹੜਾ ਨਾ ਜ਼ੀਰੋ ਗਰਾਊਂਡ ਤੋਂ ਤੋਰਦੇ ਨੇ ਮਹਾਰਾਜ, ਜ਼ੀਰੋ ਬਣਾ ਕੇ। ਜਦੋਂ ਅਸੀਂ ਜ਼ੀਰੋ ਬਣਾਂਗੇ ਨਾ, ਗੁਰਸਿੱਖੀ ਦੇ ਵਿੱਚ ਇਹ ਬਹੁਤ ਵੱਡੀ ਜੁਗਤ ਹੈ। ਮਹਾਰਾਜ ਕਹਿੰਦੇ ਤੂੰ ਹੀਰੋ ਬਣਨਾ ਹੈ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਫਿਰ ਪਹਿਲਾਂ ਜ਼ੀਰੋ ਬਣ ਜਾ। ਗੁਰਸਿੱਖੀ ਦੇ ਵਿੱਚ, ਗੁਰਮੱਤ ਦੇ ਵਿੱਚ ਜ਼ੀਰੋ ਬਣਨ ਵਾਲਾ ਹੀ ਹੀਰੋ ਬਣਿਆ। ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਓ, ਜਿੰਨਾ ਚਿਰ ਇਹਦੀ ਹਉਮੈ ਮਮਤਾ ਹੰਗਤਾ ਨਹੀਂ ਟੁੱਟਦੀ, ਜ਼ੀਰੋ ਨਹੀਂ ਬਣਦਾ। ਇਹ ਪਹਿਲਾਂ ਮਰਨ ਕਬੂਲ, ਇਹ ਜ਼ੀਰੋ ਬਣਨਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਜ਼ੀਰੋ ਬਣਨਾ ਹੈ। ਜਿਤਨਾ ਚਿਰ ਸਿੱਖ ਆਪੂ ਬਣਿਆ, ਹੀਰੋ ਬਣਿਆ ਫਿਰਦਾ, ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਸਿੱਖ ਉਦੋਂ ਗੁਰੂ ਦੀ ਖੁਸ਼ੀ ਲਵੇਗਾ ਜਦੋਂ ਇਹ ਜ਼ੀਰੋ ਬਣੇਗਾ। ਭਾਈ ਧੰਨਾ ਸਿੰਘ ਕਵੀਆਂ ਦਾ ਮਹਾਨ ਕਵੀ, ਸੇਵਾਦਾਰਾਂ ਦੇ ਵਿੱਚੋਂ ਮਹਾਨ ਸੇਵਾਦਾਰ, ਯੋਧਿਆਂ ਵਿੱਚੋਂ ਵੱਡਾ ਯੋਧਾ। ਵੇਖੋ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਚਰਨਾਂ ਦੀ ਪ੍ਰੀਤ ਦਿਓ, ਮੇਰਾ ਭਰਮ ਮਟਿਆ ਦਿਓ। ਮਹਾਰਾਜ ਜੀ ਕਹਿੰਦੇ ਜ਼ੀਰੋ ਬਣ ਜਾ। ਮਹਾਰਾਜ ਜੀ ਕਿਰਪਾ ਕਰੋ, ਕਹਿੰਦੇ ਜਾਓ ਘੋੜਿਆਂ ਦੇ ਤਬੇਲਿਆਂ 'ਚ ਸੇਵਾ ਕਰੋ ਜਾ ਕੇ। ਵੇਖੋ ਚੰਗੇ ਘਰ ਦਾ ਲੜਕਾ ਸੀ, ਖਾਂਦੇ ਪੀਂਦੇ ਘਰ ਦਾ, ਅਮੀਰ ਘਰ ਦਾ। ਤੇ ਫਿਰ ਇਹ ਨਹੀਂ ਆਖਿਆ ਵੀ ਮਹਾਰਾਜ ਮੈਂ ਤਾਂ ਵੱਡੇ ਘਰ ਦਾ ਲੜਕਾ, ਮੈਂ ਤਾਂ ਕਦੇ ਕੰਮ ਦੇ ਹੱਥ ਨਹੀਂ ਲਾਇਆ। ਨਹੀਂ, ਕੁਛ ਖੱਟਣਾ ਸੀ, ਕੁਛ ਲੈਣਾ ਸੀ। ਉਸੇ ਵੇਲੇ ਮਹਾਰਾਜ ਦਾ ਹੁਕਮ ਮੰਨ ਕੇ ਘੋੜਿਆਂ ਦੀ ਸੇਵਾ ਲੱਗਿਆ ਕਰਨ। ਇਤਿਹਾਸ ਪੜ੍ਹ ਕੇ ਵੇਖਿਓ ਕਦੇ। ਕਹਿੰਦੇ ਜਿਹੜੇ ਘੋੜੇ ਕਮਜ਼ੋਰ ਹੋ ਚੁੱਕੇ ਸੀ ਨਾ, ਧੰਨਾ ਸਿੰਘ ਨੇ ਇੰਨੀ ਕੁ ਲਗਨ ਦੇ ਨਾਲ, ਮੇਰੇ ਪਾਤਸ਼ਾਹ ਦੇ ਘੋੜੇ ਨੇ, ਕਲਗੀ ਵਾਲੇ ਪਾਤਸ਼ਾਹ ਦੇ ਘੋੜੇ ਨੇ, ਪਾਤਸ਼ਾਹ ਦਾ ਰੂਪ ਜਾਣ ਕੇ ਘੋੜਿਆਂ ਦੀ ਸੇਵਾ ਕਰਦਾ ਹੈ। ਦਿਨ ਰਾਤ ਬਾਣੀ ਪੜ੍ਹਦਾ ਹੈ, ਗੁਰੂ ਪਾਤਸ਼ਾਹ ਤੋਂ ਗੁਰਬਾਣੀ ਸੁਣਦਾ ਤੇ ਫਿਰ ਉਹਨੂੰ ਕਮਾਉਂਦਾ ਹੈ। ਘੋੜਿਆਂ ਦੇ ਇਸ਼ਨਾਨ ਕਰਵਾਉਂਦਾ ਹੈ, ਖਰਖਰਾ ਕਰਦਾ ਹੈ, ਕੱਚਾ ਕੱਚਾ ਘਾਹ ਵੱਢ ਕੇ ਲੈ ਕੇ ਆਉਂਦਾ ਹੈ, ਲਿੱਦ ਟਾਲਦਾ ਹੈ, ਤਬੇਲੇ ਨੂੰ ਸੋਹਣਾ ਰੱਖਦਾ ਬਣਾ ਕੇ। ਆਪਣੀ ਮੌਜ ਵਿੱਚ ਮਾਹੀ ਕਲਗੀ ਵਾਲੇ ਪਾਤਸ਼ਾਹ ਕਦੇ ਕਦੇ ਤਬੇਲੇ ਵਿੱਚ ਜਾਂਦੇ ਨੇ,
ਧੰਨਾ ਸਿੰਘ ਦੀ ਕਮਾਈ ਵੇਖ ਕੇ ਗੁਰੂ ਇਹ ਸੇਵਾ ਲੈਂਦਾ। ਸਿੱਖ ਦੇ ਤਾਂ ਬਸ ਕੀ ਹੈ। ਗੁਰੂ ਕਿਰਪਾ ਕਰੇ ਸਿੱਖ ਬਾਣੀ ਪੜ੍ਹਨ ਲੱਗ ਜਾਂਦਾ। ਗੁਰੂ ਕਿਰਪਾ ਕਰੇ ਕਈ ਕਈ ਦਿਨ ਬਾਣੀ ਨਹੀਂ ਪੜ੍ਹੀ ਜਾਂਦੀ। ਇਹ ਵੀ ਖੇਡਾਂ ਨਾਲ ਹੀ ਚੱਲਦੀਆਂ ਨੇ। ਕਈ ਵਾਰ ਤਾਂ ਕਹਿੰਦਾ ਸਾਰੇ ਹੀ ਗੁਟਕਾ ਸਾਹਿਬ ਪੜ੍ਹਦੇ ਆ, ਗੁਰੂ ਦੀ ਕਿਰਪਾ ਹੋ ਗਈ। ਕਈ ਵਾਰ ਜਪਜੀ ਸਾਹਿਬ ਵੀ ਮਸਾਂ ਮਸਾਂ ਪੜ੍ਹਦਾ ਹੈ। ਕਈ ਵਾਰ ਸਿਮਰਨ ਵਿੱਚ ਸੁਰਤ ਇੰਨੀ ਜੁੜ ਜਾਂਦੀ ਹੈ ਵੀ ਜਪੀ ਚੱਲੋ ਜਪੀ ਚੱਲੋ। ਕਈ ਵਾਰ ਜਦੋਂ ਉਹ ਵਾਹਿਗੁਰੂ ਆਪਣੀ ਕਿਰਪਾ ਥੋੜ੍ਹੀ ਜਿਹੀ ਹਟਾ ਦਿੰਦਾ ਹੈ, ਵਾਹਿਗੁਰੂ ਕਹਿਣ ਨੂੰ ਜੀ ਨਹੀਂ ਕਰਦਾ। ਇਹ ਉਹਦੀ ਕਿਰਪਾ ਹੀ ਹੈ, ਸਾਰੀ ਵਾਹਿਗੁਰੂ ਦੀ ਕਿਰਪਾ ਹੈ। ਤੇ ਮਹਾਰਾਜ ਆਪਣੀ ਮੌਜ ਵਿੱਚ ਤਬੇਲੇ ਵਿੱਚ ਗੇੜਾ ਮਾਰਦੇ ਨੇ। ਭਾਈ ਧੰਨਾ ਸਿੰਘ ਨੂੰ ਬੁੱਕਲ ਵਿੱਚ ਲੈ ਕੇ ਥਾਪੜਾ ਦੇ ਆਉਂਦੇ ਨੇ। ਵਾਹ ਧੰਨਾ ਸਿੰਘ ਵਾਹ, ਬੜੀ ਮਹਾਨ ਸੇਵਾ ਬਈ। ਪ੍ਰਸੰਨ ਹੋ ਜਾਂਦੇ ਨੇ ਕਿਉਂਕਿ ਮਹਾਰਾਜ ਸੇਵਾ ਤੇ ਬੜੇ ਖੁਸ਼ ਹੁੰਦੇ ਨੇ, ਸਿਮਰਨ ਤੇ ਬੜੇ ਖੁਸ਼ ਹੁੰਦੇ ਨੇ ਮਹਾਰਾਜ। ਤੇ ਸਿੱਖ ਦੇ ਅੰਦਰ ਦੀ ਸਫਾਈ, ਹਿਰਦੇ ਦੀ ਸਫਾਈ ਤੇ ਬਹੁਤ ਖੁਸ਼ ਹੁੰਦੇ ਨੇ ਮਹਾਰਾਜ। ਜਿੰਨਾ ਹਿਰਦਾ ਸ਼ੁੱਧ ਹੈ ਓਨੀ ਮਹਾਰਾਜ ਖੁਸ਼ ਹੋਈ ਜਾਣਗੇ। ਮਹਾਰਾਜ ਕਿਸੇ ਦੇ ਪਾਪ ਔਗਣ ਨਹੀਂ ਵੇਖਦੇ। ਬਸ ਮਹਾਰਾਜ ਤਾਂ ਇਹ ਵੇਖਦੇ ਨੇ ਵੀ ਸਿੱਖ ਦੇ ਅੰਦਰ ਮੇਰਾ ਡਰ ਕਿੰਨਾ ਕੁ ਹੈ, ਮੇਰਾ ਪਿਆਰ ਕਿੰਨਾ ਕੁ ਹੈ। ਡਰ ਤੇ ਪਿਆਰ ਦੋ ਚੀਜ਼ਾਂ ਨੇ ਗੁਰੂ ਨੂੰ ਮਿਲਾਉਣਾ ਸਾਨੂੰ। ਜੇ ਸਿੱਖ ਨੇ ਗੁਰੂ ਦਾ ਡਰ ਚੱਕਤਾ, ਸਿੱਖ ਗੁਰੂ ਨੂੰ ਮਿਲ ਨਹੀਂ ਸਕਦਾ। ਜੇ ਸਿੱਖ ਦੇ ਅੰਦਰ ਗੁਰੂ ਵਾਸਤੇ ਪਿਆਰ ਨਹੀਂ ਰਿਹਾ, ਫਿਰ ਵੀ ਸਿੱਖ ਗੁਰੂ ਨੂੰ ਮਿਲ ਨਹੀਂ ਸਕਦਾ। ਤਾਂ ਉੱਥੇ ਮਹਾਰਾਜ ਕਹਿੰਦੇ ਆਜ ਕਾਲ ਭੋਏ ਲੇਟਣਾ ਉੱਪਰ ਜਾਮਾ ਘਾਸ। ਆ ਸਰੀਰ ਨੇ ਤਾਂ ਫਿਰ ਇੱਕ ਦਿਨ ਧਰਤੀ ਤੇ ਡਿੱਗਣਾ ਹੈ। ਲੱਕੜਾਂ ਤੇ ਜਦੋਂ ਰੱਖਣਗੇ ਹੋਣਗੀਆਂ ਤਾਂ ਉੱਚੀਆਂ ਥੋੜੀਆਂ ਜਿਹੀਆਂ। ਜਦੋਂ ਲੱਕੜਾਂ 'ਚ ਰੱਖਦੇ ਨੇ ਡੈੱਡ ਬੋਡੀ ਨੂੰ ਨਾ, ਹੋਣਗੀਆਂ ਤਾਂ ਉੱਚੀਆਂ, ਪਰ ਅੱਗ ਨੇ ਖਾ ਲੈਣਾ ਸਰੀਰ ਵੀ ਤੇ ਲੱਕੜਾਂ ਵੀ। ਮੱਚਣ ਤੋਂ ਬਾਅਦ ਇਹ ਬੋਡੀ ਦੀਆਂ ਹੱਡੀਆਂ ਤੇ ਲੱਕੜਾਂ ਦੀ ਸਵਾਹ ਧਰਤੀ ਨਾਲ ਹੀ ਲੱਗ ਜੂ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਤਲੇ, ਮੋਇਆਂ ਉੱਪਰ ਹੋਏ। ਕਹਿੰਦੇ ਸਵਾਹ ਨੂੰ, ਖਾਕ ਨੂੰ, ਧੂੜ ਨੂੰ, ਮਿੱਟੀ ਦੀ ਨਿੰਦਿਆ ਨਾ ਕਰੋ। ਕਹਿੰਦੇ ਜਦੋਂ ਤੁਰਦਾ ਉਦੋਂ ਮਿੱਟੀ ਤੇ ਤੁਰਦਾ, ਧਰਤੀ ਦੇ ਉੱਤੇ ਹੀ ਤੁਰਦਾ। ਤੇ ਜਦੋਂ ਮਰ ਜਾਂਦਾ ਉਦੋਂ ਵੀ ਤੇਰੇ ਸਿਵੇ ਨੂੰ ਸਵਾਹ ਹੀ ਢੱਕਦੀ ਹੈ। ਇਹਦੀ ਨਿੰਦਿਆ ਨਾ ਕਰ। ਧਰਤੀ ਮਾਂ ਹੈ। ਧਰਤੀ ਮਾਂ ਦੀ ਜਿੰਨੀ ਵਡਿਆਈ ਹੋ ਸਕੇ, ਮਹਿਮਾ ਹੋ ਸਕੇ, ਥੋੜੀ ਹੈ। ਫਿਰ ਕਹਿੰਦੇ ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ। ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਏ। ਕਹਿੰਦੇ ਕਿਸੇ ਗਰੀਬ ਨੂੰ ਵੇਖ ਕੇ ਮਜ਼ਾਕ ਨਾ ਉਡਾਈ, ਕਿਸੇ ਦੁਖੀਏ ਨੂੰ ਵੇਖ ਕੇ ਉਹਦਾ ਹਾਸਾ ਠੱਠਾ ਨਾ ਕਰੀ। ਕਿਉਂਕਿ ਕਹਿੰਦੇ ਤੇਰਾ ਤੇ ਉਹਦਾ ਦੋਨਾਂ ਦਾ ਜਿਹੜਾ ਨਾ ਬੇੜਾ ਸੰਸਾਰ ਸਮੁੰਦਰ ਦੇ ਵਿੱਚ ਹੀ ਚੱਲ ਰਿਹਾ। ਕੀ ਪਤਾ ਕੀ ਹੋ ਜਾਵੇ ਕਿਹੜੇ ਵੇਲੇ। ਇਹ ਵੀ ਆਪਾਂ ਅੱਖਾਂ ਨਾਲ ਹੀ ਵੇਖਿਆ ਵੀ ਕਈ ਵਾਰੀ ਬੰਦਾ ਕੋਈ ਆਪਣੀ ਤਾਕਤ ਦੇ ਬਲ ਨਾਲ ਕਿਸੇ ਬੰਦੇ ਨੂੰ ਉਜਾੜ ਦਿੰਦਾ ਹੈ। ਉਹਦਾ ਉਜਾੜਿਆ ਤਾਂ ਗੁਰੂ ਦੀ ਕਿਰਪਾ ਨਾਲ ਦੁਬਾਰਾ ਬਸ ਜਾਂਦਾ ਹੈ। ਜਿੱਤੇ ਜਦੋਂ ਵਾਹਿਗੁਰੂ ਆਪਣਾ ਹਿਸਾਬ ਕਿਤਾਬ ਲੇਖਾ ਕਰਕੇ ਉਹਦੀ ਝੋਲੀ ਪਾਉਂਦਾ, ਫਿਰ ਜਿਹੜੇ ਨੇ ਕਦੇ ਕਿਸੇ ਨੂੰ ਉਜਾੜਿਆ ਸੀ, ਜਦੋਂ ਉਹ ਉਜੜਦਾ ਸ਼ਾਇਦ ਮੁੜ ਕੇ ਬਸੇ ਵੀ ਨਾ। ਇਹ ਖੇਡਾਂ ਨੇ ਵਾਹਿਗੁਰੂ ਦੀਆਂ। ਸੋ ਇਹ ਸਾਰੀ ਬਾਣੀ ਮਹਾਰਾਜ ਦੀ ਇਸ ਤਰ੍ਹਾਂ ਹੈ ਵੀ ਮਹਾਰਾਜ ਕਹਿੰਦੇ ਭਰਮ ਦੇ ਵਿੱਚ ਨਹੀਂ ਪੈਣਾ, ਭਰਮ ਮਿਟਾਉਣਾ ਹੈ। ਕਿਉਂਕਿ ਇਸ ਭਰਮ ਵਿੱਚ ਤਾਂ ਮਹਾਰਾਜ ਕਹਿੰਦੇ ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਇਹ ਤਾਂ ਮਹਾਰਾਜ ਕਹਿੰਦੇ ਬ੍ਰਹਮਾ ਵਿਸ਼ਨ ਸਿਰੇ ਤੈ ਅਗੰਤ, ਤਿਨ ਕੋ ਮੋਹ ਭਇਆ ਮਨ ਮਦਕਾ। ਉਹਨਾਂ ਨੂੰ ਵੀ ਮੋਹ ਹੈ, ਉਹਨਾਂ ਨੂੰ ਵੀ ਭਰਮ ਹੈ ਵੀ ਸ਼ਾਇਦ ਇਹ ਮੋਹ ਦੇ ਵਿੱਚੋਂ ਕੀ ਨਿਕਲ ਜਾਣਾ ਹੈ। ਪਰ ਗੁਰੂ ਪਾਤਸ਼ਾਹ ਐਸੀ ਕਿਰਪਾ ਆਪਣੇ ਸਿੱਖ ਤੇ ਕਰਦੇ ਹਨ। ਆਓ ਅੱਜ ਆਪਾਂ ਗੁਰੂ ਦੀ ਬਾਣੀ ਦੇ ਵਿੱਚੋਂ, ਆਪਾਂ ਹੁਣ ਵੀ ਬਾਣੀ ਦੀ ਉਹ ਵਿਚਾਰ ਕਰ ਰਹੇ ਹਾਂ, ਪਰ ਇੱਕ ਸ਼ਬਦ ਲੈ ਲਈਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 715 ਅੰਗ ਤੇ ਇਹ ਸ਼ਬਦ ਸੁਭਾਏਮਾਨ ਹੈ। ਮੇਰਾ ਜੀ ਕੀਤਾ ਵੀ ਇਹ ਸ਼ਬਦ ਦੇ ਆਪਾਂ ਅਰਥ ਵੀ ਕਰੀਏ। ਗੁਰੂ ਮਹਾਰਾਜ ਕਰਾਉਣਗੇ, ਬੰਦੇ ਦੇ ਵੱਸ ਕੁਛ ਨਹੀਂ ਹੁੰਦਾ। ਤੇ ਸਤਿਗੁਰੂ ਮਹਾਰਾਜ ਜੀ ਇੱਥੇ ਦੱਸਦੇ ਹਨ ਵੀ ਇਹ ਜਿਹੜਾ ਸਰੀਰ ਹੈ ਇਹ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ, ਕੀ ਇਹਦੀ ਚਾਲੀ ਹੈ, ਕਿਵੇਂ ਕਿਵੇਂ ਇਹ ਸੰਸਾਰ ਵਿੱਚ ਵਿਚਰਦਾ ਹੈ, ਫਿਰ ਗੁਰੂ ਦੀ ਕਿਰਪਾ ਕੀ ਹੁੰਦੀ ਹੈ। ਸੁਣੋ ਮਹਾਰਾਜ ਜੀ ਕੀ ਕਹਿੰਦੇ ਨੇ। ਟੋਡੀ ਮਹੱਲਾ ਪੰਜਵਾ,
ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਦੀਹਰ ਨਿਆਈ ਮੋਹੇ ਫਾਕਿਓ ਰੇ। ਗੁਰੂ ਪਾਤਸ਼ਾਹ ਦੀ ਗੁਰਬਾਣੀ ਅਥਾਹ ਹੈ, ਅਗੰਤ ਹੈ, ਅਤੋਲ ਹੈ, ਅਸਚਰਜ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਗਰਭ ਗਹਿਲੜੋ ਮੂੜੜੋ ਹੀਓ ਰੇ। ਹੀਓ ਕਹਿੰਦੇ ਨੇ ਹਿਰਦੇ ਨੂੰ। ਕਹਿੰਦੇ ਮੂਰਖ ਹਿਰਦਾ ਹੰਕਾਰ ਵਿੱਚ ਝੱਲਾ ਹੋਇਆ ਰਹਿੰਦਾ ਹੈ। ਗਰਭ ਕਹੀਏ ਹੰਕਾਰ, ਗਹਿਲੜੋ ਦਾ ਅਰਥ ਹੈ ਝੱਲਾ, ਬਾਵਲਾ, ਗਹਿਲਾ। ਕਹਿੰਦੇ ਜਦੋਂ ਇਹਨੂੰ ਭਰਮ ਪੈ ਜਾਂਦਾ ਹੈ ਨਾ, ਭਰਮ ਦੀ ਵਿਆਖਿਆ ਕਰ ਰਹੇ ਹਾਂ ਆਪਾਂ, ਮੈਂ ਹੋਰ ਹਸਤੀ ਹਾਂ, ਵਾਹਿਗੁਰੂ ਹੋਰ ਹਸਤੀ ਹੈ, ਵਾਸਤਵ ਵਿੱਚ ਇਹ ਹੈ ਨਹੀਂ। ਇਹ ਬੰਦੇ ਦੀ ਆਪਣੀ ਸੋਚ ਹੈ ਮੈਂ ਵਾਲੀ, ਕਿ ਉਹ ਤਾਂ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਉੱਥੇ ਤਾਂ ਦਿਸੇਗਾ ਉਦੋਂ ਜਦੋਂ ਗੁਰੂ ਨੇ ਨੇਤਰ ਦਿੱਤੇ। ਗੁਰਹਿ ਦਿਖਾਇਓ ਲੋਏ ਨਾ, ਈਤਾ ਹੈ ਉਤਾ ਹੈ ਘਾਟ ਘਾਟ, ਘਾਟ ਘਾਟ ਤੂੰ ਹੀ ਮੋਹ ਨਾ। ਐ ਮੇਰੇ ਸੁੰਦਰ ਪਿਆਰੇ ਪ੍ਰੀਤਮ, ਮੈਂ ਜਿੱਥੇ ਵੀ ਵੇਖਦਾ, ਇੱਥੇ ਵੀ ਉੱਥੇ ਵੀ, ਸਾਰਿਆਂ ਸਰੀਰਾਂ ਵਿੱਚ ਘਟ ਘਟ ਤੂੰ ਹੀ ਤੂੰ, ਤੂੰ ਹੀ ਤੂੰ। ਜਦੋਂ ਅਸੀਂ ਤੂੰ ਹੀ ਤੂੰ ਵਾਲੀ ਅਵਸਥਾ ਵਿੱਚ ਚਲੇ ਜਾਵਾਂਗੇ, ਉਦੋਂ ਸਾਨੂੰ ਗੁਰਬਾਣੀ ਦਾ ਆਨੰਦ ਆਵੇਗਾ, ਉਦੋਂ ਸਾਨੂੰ ਕਥਾ ਦਾ ਆਨੰਦ ਆਵੇਗਾ, ਉਦੋਂ ਸਾਨੂੰ ਨਾਮ ਜਪਣ ਦਾ ਆਨੰਦ ਆਵੇਗਾ। ਭਾਵੇਂ ਥੋੜ੍ਹਾ ਜਪ ਲਓ, ਆਨੰਦ ਨਾਲ ਜਪੋ। ਜਦੋਂ ਤੂੰ ਹੀ ਤੂੰ, ਵਾਹਿਗੁਰੂ ਵਾਹਿਗੁਰੂ ਨਾਲ ਚੱਲੇ, ਤੂੰ ਹੀ ਤੂੰ, ਤੂੰ ਹੀ ਤੂੰ, ਕਿੰਨਾ ਆਨੰਦ ਬਣਨਾ। ਵਾਹਿਗੁਰੂ 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 ਅੰਦਰ ਉਤਰਨਾ। ਜਦੋਂ ਅੰਦਰ ਉਤਰ ਜਾਵਾਂਗੇ ਫਿਰ ਟਿਕਾ ਬਣੇਗਾ। ਜਦੋਂ ਟਿਕਾ ਬਣੇਗਾ ਉਦੋਂ ਰਸ ਆਵੇਗਾ। ਜਦੋਂ ਰਸ ਆਇਆ ਫਿਰ ਸੁਰਤ ਜੁੜ ਗਈ, ਗਿਆ ਭਰਮ, ਬਸ ਭਰਮ ਨਿਕਲ ਗਿਆ। ਇੰਨੀ ਗੱਲ ਬਹੁਤ ਸਿੰਪਲ ਹੈ, ਪਰ ਹੋਵੇ ਬਖਸ਼ਿਸ਼ ਗੁਰੂ ਦੀ ਤਾਂ ਹੁੰਦਾ, ਨਹੀਂ ਹੁੰਦਾ ਨਹੀਂ। ਗੁਰੂ ਦੀ ਬਖਸ਼ਿਸ਼ ਬਿਨਾਂ ਇਹ ਹੁੰਦਾ ਨਹੀਂ। ਵਡਭਾਗਿਆਂ ਤੇ ਕਿਰਪਾ ਹੋ ਜਾਂਦੀ ਹੈ ਮੇਰੇ ਪਾਤਸ਼ਾਹ ਦੀ। ਤਾਂ ਮਹਾਰਾਜ ਜੀ ਕਹਿੰਦੇ ਮੂਰਖ ਹਿਰਦਾ ਹੰਕਾਰ ਵਿੱਚ ਝੱਲਾ ਹੋਇਆ ਰਹਿੰਦਾ ਹੈ। ਹੀਓ ਮਹਾਰਾਜ ਰੀ ਮਾਇਓ। ਪਾਤਸ਼ਾਹ ਜੀ ਕਹਿੰਦੇ ਇਸ ਹਿਰਦੇ ਨੂੰ ਮਹਾਰਾਜ ਪ੍ਰਮਾਤਮਾ, ਮਹਾਰਾਜ ਦਾ ਅਰਥ ਹੈ ਇੱਥੇ ਪ੍ਰਮਾਤਮਾ। ਹੀਓ ਮਹਾਰਾਜ ਰੀ ਮਾਇਓ। ਇਹ ਹਿਰਦਾ ਝੱਲਾ ਕਿਉਂ ਹੋਇਆ? ਕਹਿੰਦੇ ਇਹ ਮਹਾਰਾਜ ਪ੍ਰਮਾਤਮਾ ਦੀ ਮਾਇਆ ਨੇ, ਜਿਹੜਾ ਆ ਸੰਸਾਰ ਝਮੇਲਾ ਬਾਜ਼ਾਰ, ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ, ਬੰਦੇ ਨੂੰ ਫਸਾਉਣ ਵਾਸਤੇ ਫਸ ਗਿਆ, ਨਿਕਲਿਆ ਜਾਂਦਾ ਨਹੀਂ। ਫਸਣ ਕੀ ਵਿਧ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਤੇ ਉੱਥੇ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਮੇਰਾ ਹਿਰਦਾ ਮੱਛੀ ਵਾਂਗ, ਜਿਵੇਂ ਮੱਛੀ ਜਾਲ ਵਿੱਚ ਫਸ ਜਾਂਦੀ ਹੈ, ਸ਼ਿਕਾਰੀ ਹੈ ਜਿਹੜਾ ਕੁੰਡੀ ਲਾਉਂਦਾ ਨਾ, ਕੁੰਡੀ, ਤੇ ਉਹ ਕੁੰਡੀ ਮੱਛੀ ਦੇ ਜਵਾੜੇ ਵਿੱਚ ਫਸ ਜਾਂਦੀ ਹੈ। ਲੱਖਾਂ ਯਤਨ ਕਰ ਲਏ, ਮੱਛੀ ਪੁੱਠੀ ਹੋ ਜੇ, ਸਿੱਧੀ ਹੋ ਜੇ, ਜਿੰਨਾ ਮਰਜੀ ਯਤਨ ਕਰੇ, ਇਸ ਤਰੀਕੇ ਦੀ ਕੁੰਡੀ ਬਣਾਈ ਹੁੰਦੀ ਹੈ ਸ਼ਿਕਾਰੀ ਦੀ, ਕੁੰਡੀ ਨਹੀਂ ਨਿਕਲੂਗੀ ਮੱਛੀ ਦੇ ਜਵਾੜੇ ਚੋਂ। ਐਵੇਂ ਵਾਹਿਗੁਰੂ ਨੇ ਇਹ ਮਾਇਆ ਪਦਾਰਥ ਇਸ ਤਰ੍ਹਾਂ ਦਾ ਬਣਾਇਆ ਗੁਰਸਿੱਖੋ। ਜਦੋਂ ਇਹਦੇ ਵਿੱਚ ਹੀਓ ਹਿਰਦਾ ਫਸ ਗਿਆ, ਜਿੰਨੀਆਂ ਮਰਜ਼ੀ ਛਾਲਾਂ ਮਾਰੇ ਬੰਦਾ ਵੀ ਮੈਂ ਇਹਦੇ ਚੋਂ ਨਿਕਲ ਜੂੰਗਾ, ਸਤ ਸੰਗਤ ਤੋਂ ਬਗੈਰ ਇਹਦੇ ਚੋਂ ਕੋਈ ਨਿਕਲ ਹੀ ਨਹੀਂ ਸਕਿਆ। ਮਹਾਰਾਜ ਨੇ ਮੋਹਰਾਂ ਲਾਈਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤ ਸੰਗਤ ਤੋਂ ਬਗੈਰ, ਗੁਰੂ ਦੀ ਕਿਰਪਾ ਤੋਂ ਬਗੈਰ ਇਹ ਮੋਹ ਮਾਇਆ ਦੇ ਵਿੱਚੋਂ ਕੋਈ ਨਿਕਲ ਨਹੀਂ ਸਕਿਆ। ਮੱਛੀ ਦੀ ਤਰ੍ਹਾਂ ਮਹਾਰਾਜ ਕਹਿੰਦੇ ਫਸਿਆ ਪਿਆ। ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹੇ ਫਾਕਿਓ ਰੇ। ਡੀਹਰ ਦਾ ਅਰਥ ਹੈ ਇੱਥੇ ਮੱਛੀ। ਕਹਿੰਦੇ ਜਿਵੇਂ ਡੀਹਰ ਨਿਆਈ, ਜਿਵੇਂ ਮੱਛੀ ਨੂੰ ਕੁੰਡੀ ਦੇ ਵਿੱਚ ਸ਼ਿਕਾਰੀ ਫਸਾ ਲੈਂਦਾ ਹੈ, ਇਸ ਤਰ੍ਹਾਂ ਮੋਹ ਦੇ ਵਿੱਚ ਸਾਡਾ ਹਿਰਦਾ ਫਸਿਆ ਪਿਆ ਹੈ। ਕਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ। ਇਹ ਜਿਹੜਾ ਹੈਗਾ ਨਾ ਹੀਓ ਮਹਾਰਾਜ ਰੀ ਮਾਇਓ, ਜਦੋਂ ਇਹ ਮੋਹ ਮਮਤਾ ਵਿੱਚ ਫਸ ਜਾਂਦਾ ਹੈ,
ਫਿਰ ਇਹ ਨਿਤਨੇਮ ਦੀ ਮੰਗ ਤਾਂ ਛੱਡ ਹੀ ਦਿੰਦਾ ਹੈ, ਸਿਮਰਨ ਦੀ ਮੰਗ ਤਾਂ ਛੱਡ ਹੀ ਦਿੰਦਾ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਤਾਂ ਭੁੱਲ ਜਾਂਦਾ ਹੈ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਉਹ ਚਾਅ ਤਾਂ ਨਿਕਲ ਗਿਆ। ਫਿਰ ਇਹਦੇ ਅੰਦਰ ਚਾਅ ਦੂਜਾ ਪੈਦਾ ਹੋ ਜਾਂਦਾ ਹੈ, ਪਦਾਰਥ ਦਾ। ਘਣੋ 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 ਸਦ ਲੋੜ ਹੈ। ਘਣੋ ਦਾ ਅਰਥ ਹੈ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤ੍ਰਿਸ਼ਨਾ ਰੂਪੀ ਟੋਕਰੀ ਖੁੱਲ ਗਈ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਲਾਹੌਰ ਸੇਠ ਦੁਨੀ ਚੰਦ ਕੋਲ ਪਹੁੰਚੇ ਨਾ, ਮਹਾਰਾਜ ਦੇ ਕੋਲ ਇੱਕ ਟੋਕਰੀ ਸੀ, ਤੇ ਦੁਨੀ ਚੰਦ ਦਾ ਜਦੋਂ ਪਿਆਰ ਹੋ ਗਿਆ ਗੁਰੂ ਜੀ ਨਾਲ, ਬਚਨਾਂ ਨੂੰ ਸੁਣ ਕੇ ਦੁਨੀ ਚੰਦ ਦੇ ਅੰਦਰ ਠੰਡ ਪਈ ਤੇ ਬੜਾ ਪ੍ਰਭਾਵਿਤ ਹੋਇਆ। ਬੈਠਿਆਂ ਬੈਠਿਆਂ ਹੁਣ ਜਦੋਂ ਆਪਣਾ ਪਿਆਰ ਹੋ ਜਾਵੇ, ਫਿਰ ਆਪਾਂ ਪੁੱਛ ਲੈਂਦੇ, ਜੇ ਬੰਦੇ ਕੋਲ ਕੋਈ ਚੀਜ਼ ਆਪਾਂ ਨੂੰ ਇਸ ਤਰ੍ਹਾਂ ਜੇ ਲੱਗੇ ਆਪਣੇ ਸਮਝ ਵਿੱਚ ਨਾ ਆਵੇ, ਫਿਰ ਆਪਾਂ ਪੁੱਛ ਲੈਣ, ਭਾਈ ਸਾਹਿਬ ਆਹ ਕੀ ਹੈ? ਸੇਠ ਦੁਨੀ ਚੰਦ ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਅੰਦਰ ਕਈ ਦਿਨਾਂ ਦਾ ਸ਼ੰਕਾ ਹੈ, ਆਪ ਜੀ ਦੇ ਕੋਲ ਜਿਹੜੀ ਪੋਟਲੀ ਹੈ ਇਹ ਕਾਹਦੇ ਵਾਸਤੇ ਹੈ? ਇੱਕ ਬੰਦੇ ਨੂੰ ਮਹਾਰਾਜ ਜੀ ਨੇ ਉਪਦੇਸ਼ ਕਰਕੇ ਕਰੋੜਾਂ ਨੂੰ ਸਮਝਾਉਣ ਦੀ ਗੱਲ ਕਰ ਦਿੱਤੀ। ਸਤਿਗੁਰਾਂ ਦਾ ਸਮਝਾਉਣ ਦਾ ਤਰੀਕਾ ਬਹੁਤ ਹੀ ਜ਼ਬਰਦਸਤ। ਦੁਨੀ ਚੰਦ ਇਹ ਪੋਟਲੀ ਹੈ, ਮਹਾਰਾਜ ਇਹਦਾ ਕੀ ਕਾਹਦੇ ਵਾਸਤੇ ਹੈ, ਇਹ ਕੀ ਕਰਦੀ ਹੈ? ਸਤਿਗੁਰੂ ਮਹਾਰਾਜ ਜੀ ਕਹਿੰਦੇ, ਉਹ ਕਰ, ਤੇਰੇ ਕੋਲ ਕੰਡਾ ਹੈਗਾ ਤੱਕੜੀ? ਹਾਂ ਮਹਾਰਾਜ ਹੈਗੀ। ਕਹਿੰਦੇ ਐਂ ਕਰ, 5 ਕਿਲੋ ਅਨਾਜ ਲੈ ਆ। ਉਹ ਝੱਟ ਦੇਣੇ 5 ਕਿਲੋ ਅਨਾਜ ਲੈ ਆਇਆ, ਇਹਦੇ 'ਚ ਪਾ ਦੇ ਭਾਈ, ਪੋਟਲੀ ਵਿੱਚ ਪਾ ਦੇ। ਪਾ ਦਿੱਤਾ। ਹੁਣ ਜਦੋਂ ਪਾਇਆ, ਉਸ ਵੇਲੇ ਦੁਨੀ ਚੰਦ ਕਹਿੰਦਾ ਸੀ, ਮਹਾਰਾਜ 5 ਤਾਂ ਪੈਣਾ ਨਹੀਂ ਇਹਦੇ 'ਚ, ਇਹ ਤਾਂ ਬੜੀ ਛੋਟੀ ਹੈ। ਮਹਾਰਾਜ ਕਹਿੰਦੇ ਇਹੀ ਤਾਂ ਤੈਨੂੰ ਦੱਸਣਾ ਹੈ। ਉਹਨੇ 5 ਕਿਲੋ ਅਨਾਜ ਪਾ ਦਿੱਤਾ ਤੇ ਪੋਟਲੀ ਦਾ ਮੂੰਹ ਇੰਨਾ ਖੁੱਲ ਗਿਆ। ਮਹਾਰਾਜ ਕਹਿੰਦੇ ਭਾਈ ਹੁਣ 50 ਕਿਲੋ ਲਾਇਆ। ਬਸ ਇਹੀ ਸਮਝਾਉਣ ਦਾ ਤਰੀਕਾ ਸੀ। ਮਹਾਰਾਜ ਮੈਨੂੰ ਕਿਰਪਾ ਕਰਕੇ ਸਮਝਾਓ। ਕਹਿੰਦੇ ਦੁਨੀ ਚੰਦ, ਇਹ ਤ੍ਰਿਸ਼ਨਾ ਰੂਪੀ ਪੋਟਲੀ ਹੈ, ਇਹਦੇ 'ਚ 5 ਕਿਲੋ ਦਾਣੇ ਪਾ ਦੇ, 50 ਕਿਲੋ ਦਾ ਮੂੰਹ ਖੁੱਲ ਜਾਂਦਾ ਇਹਦਾ। ਤੇ 50 ਕਿਲੋ ਦਾਣੇ ਪਾ ਦੇ, 500 ਕਿਲੋ ਦਾ ਮੂੰਹ ਖੁੱਲੇਗਾ। ਫਿਰ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਲਿਖੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁੱਜੀ ਹੈ, ਘਣੋ 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 ਸਦ ਲੋੜ ਹੈ। ਇਹ ਤ੍ਰਿਸ਼ਨਾ ਰੂਪੀ ਟੋਕਰੀ ਦੁਨੀ ਚੰਦ ਕਿਸੇ ਦੀ ਭਰਦੀ ਨਹੀਂ ਹੈ। ਆਪਾਂ ਕਦੇ ਖਿਆਲ ਕਰ ਲਓ, ਆਪਣੇ ਕੋਲ ਛੋਟਾ ਜਿਹਾ ਟਰੈਕਟਰ ਸੀ ਤੇ ਗੁਰਮੁਖੋ ਵਾਹਿਗੁਰੂ ਨੇ ਕਿਰਪਾ ਕੀਤੀ, ਟਰੈਕਟਰ ਦੇ ਦਿੱਤਾ। ਇਹਦਾ ਭਾਵ ਇਹ ਨਹੀਂ ਵੀ ਇਹ ਚੀਜ਼ਾਂ ਮਾੜੀਆਂ ਨੇ, ਅਰਥ ਨੂੰ ਸਮਝਣ ਤੱਕ ਜਾਣਾ ਹੈ ਵੀ ਜੇ ਇਹ ਸਿਰਫ ਪਦਾਰਥ ਹੀ ਮੰਗਦਾ ਹੈ, ਪਰਮੇਸ਼ਰ ਦਾ ਨਾਮ ਨਹੀਂ ਮੰਗਦਾ, ਫਿਰ ਇਹ ਕਿਸੇ ਲੇਖੇ 'ਚ ਪੈਣ ਵਾਲਾ ਕੁਝ ਵੀ ਨਹੀਂ। ਤੇ ਜੀ ਉਹ ਟਰੈਕਟਰ ਦੇ ਦਿੱਤਾ ਮਹਾਰਾਜ ਨੇ। ਫਿਰ ਉਹ ਤ੍ਰਿਸ਼ਨਾ ਰੂਪੀ ਟੋਕਰੀ ਹੋਰ ਵੱਡੀ ਹੋ ਗਈ। ਵੇਖੋ ਬੜੀਆਂ ਸਿੰਪਲ ਗੱਲਾਂ ਨੇ। ਜਦੋਂ ਆਪਾਂ ਮਕਾਨ ਬਣਾਉਂਦੇ ਆ ਨਾ, ਮਕਾਨ, ਉਦੋਂ ਬੰਦੇ ਦਾ ਧਰਤੀ ਤੇ ਪੈਰ ਨਹੀਂ ਲੱਗਦਾ। ਭਾਵੇਂ ਕੋਈ ਛੋਟਾ ਮਕਾਨ ਬਣਾਵੇ, ਭਾਵੇਂ ਵੱਡਾ ਬਣਾਵੇ, ਬੰਦਾ ਭੱਜਿਆ ਫਿਰਦਾ ਵੀ ਵਾਹ ਬਈ ਵਾਹ, ਬੜੀ ਕਿਰਪਾ ਕੀਤੀ ਪ੍ਰਮਾਤਮਾ ਨੇ, ਤ੍ਰਿਸ਼ਨਾ ਬੁੱਝੀ ਕੁਛ ਵੀ ਹਾਂ ਠੀਕ ਹੈ ਬਣ ਗਿਆ। ਪਰ 2-4 ਸਾਲ ਬਾਅਦ ਨਾ, ਜਦੋਂ ਸੋਹਣੇ ਸੋਹਣੇ ਮਕਾਨ ਹੋਰ ਵੇਖ ਆਉਂਦਾ ਹੈ, ਉੱਥੇ ਦੀ ਡੈਕੋਰੇਸ਼ਨ ਦੇਖ ਆਉਂਦਾ ਹੈ, ਇਹਨੂੰ ਆਪਦੇ ਵਾਲਾ ਪੁਰਾਣਾ ਲੱਗਣ ਲੱਗ ਜਾਂਦਾ ਵੀ ਆਹ ਤਾਂ ਕੁਛ ਵੀ ਨਹੀਂ, ਆਪਾਂ ਨੇ ਕੀ ਬਣਾਇਆ, ਇਹ ਤਾਂ ਕੁਛ ਵੀ ਨਹੀਂ। ਬਸ ਇਸੇ ਨੂੰ ਤ੍ਰਿਸ਼ਨਾ ਆਖਦੇ ਨੇ। ਦੂਜੇ ਨੂੰ ਵੇਖ ਕੇ ਇਹ ਤ੍ਰਿਸ਼ਨਾ ਭਰਨੀ ਨਾ, ਸਬਰ ਨਾ ਕਰਨਾ, ਸੰਤੋਖ ਨਾ ਕਰਨਾ। ਤੇ ਫਿਰ ਉਹ ਤੋਂ ਬਾਅਦ ਕਹਿੰਦਾ ਵੱਡਾ ਟਰੈਕਟਰ ਦਵਾ ਦੇ ਪ੍ਰਮਾਤਮਾ। ਟੋਕਰੀ ਹੋਰ ਖੁੱਲ ਗਈ, ਉਹ ਦਵਾਤਾ। ਕਹਿੰਦਾ ਹੁਣ ਕੰਬਾਈਨ ਵੀ ਤਾਂ ਦਵਾ। ਫਿਰ ਕੰਬਾਈਨ ਦਵਾਤੀ। ਹੁਣ ਨਾਲ ਇਹ ਕਾਰੋਬਾਰ ਵਧਾਉਣਾ ਮਾੜੀ ਗੱਲ ਨਹੀਂ, ਪਰ ਤ੍ਰਿਸ਼ਨਾ ਕਦੇ ਵੀ ਬੁੱਝਦੀ ਨਹੀਂ। ਮਹਾਰਾਜ ਕਹਿੰਦੇ ਘਣੋ 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 ਸਦ ਲੋੜ ਹੈ। ਹਰ ਰੋਜ਼ ਬੰਦਾ ਕਹਿੰਦਾ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਮਾਇਆ ਮੰਗਦਾ ਰਹਿੰਦਾ ਹੈ, ਪਦਾਰਥ ਮੰਗਦਾ ਰਹਿੰਦਾ ਹੈ। ਪਰ ਕਹਿੰਦੇ ਮਹਾਰਾਜ ਜੀ ਕਹਿੰਦੇ ਬਿਨ ਕਰਮਾ ਕਿਛ ਪਾਈਐ, ਨਾਹੀ ਜੇ ਬਹੁ ਤੇਰਾ ਧਾਵੈ।
ਕਰਮਾਂ ਤੋਂ ਬਿਨਾਂ ਕੀ ਮਿਲਦਾ ਹੈ? ਕਰਮ ਵੀ ਤਾਂ ਹੋਣਾ ਜ਼ਰੂਰੀ ਹੈ ਨਾ। ਹੁਣ ਆਹ ਜਿਹੜਾ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਇਹ ਕਰਮ ਬਣ ਰਿਹਾ। ਕਰਮ ਤੋਂ ਬਿਨਾਂ ਕਿਸੇ ਨੂੰ ਕੋਈ ਪ੍ਰਾਪਤੀ ਨਹੀਂ। ਕਰਮ ਬਣਾਉਣਾ ਪੈਣਾ, ਉਦਮ ਉਪਰਾਲਾ ਕਰਨਾ ਪੈਣਾ, ਗੁਰੂ ਦੇ ਪਿਆਰ ਵਿੱਚ ਗੁਰੂ ਦਾ ਪਿਆਰ ਲੈਣਾ ਆ ਕੇ ਗੁਰੂ ਦੀ ਹਜ਼ੂਰੀ ਵਿੱਚ। ਤੇ ਸਾਧ ਸੰਗਤ ਜੀ, ਮਹਾਰਾਜ ਜੀ ਕਹਿੰਦੇ ਪਰ ਭਾਗਾਂ ਤੋਂ ਬਿਨਾਂ ਕਿੱਥੋਂ ਪ੍ਰਾਪਤ ਕਰੇ? ਬਿਨ ਲੈਣੇ ਕੈਠਾ ਪਾਇਓ ਰੇ। ਲੈਣਾ ਕਹਿੰਦੇ ਨੇ ਭਾਗ, ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਨਹੀਂ ਤਾਂ ਮਨੁੱਖ ਕਰਦਾ ਕੀ ਹੈ? ਆਪਾਂ ਪੜ੍ਹਦੇ ਆ ਨਾ ਭੋਗ ਦੇ ਸਮੇਂ, ਇਹ ਬਾਣੀ ਤਕਰੀਬਨ ਆਉਂਦੀ ਹੈ, ਤੇ ਮਹਾਰਾਜ ਜੀ ਕਹਿੰਦੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਦਮਾ ਦਮ, ਘਣੋ ਘਣੋ, ਜ਼ਿਆਦਾ ਜ਼ਿਆਦਾ, ਬਹੁਤ ਬਹੁਤ, ਇਉਂ ਪਦਾਰਥ ਇਹਦੇ ਮਨ ਵਿੱਚੋਂ ਵਿਸਰਦਾ ਨਹੀਂ। ਦਮਾ ਦਮ ਮੰਗਦਾ। ਮੰਗੋ, ਗੁਰੂ ਦੇ ਕੋਲ ਸਭ ਕੁਛ ਹੈ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ। ਹੇ ਵਾਹਿਗੁਰੂ, ਮੈਨੂੰ ਮਾਣ ਦਿਓ, ਮੈਨੂੰ ਤਾਣ ਦਿਓ, ਧਨ ਦਿਓ, ਲਖਮੀ ਦਿਓ, ਸੁੱਤ ਪੁੱਤਰ ਧੀਆਂ ਦਿਓ। ਮਹਾਰਾਜ ਜੀ ਕਿਰਪਾ ਕਰੋ, ਤੁਹਾਡੇ ਘਰ ਬਹੁਤ ਕੁਛ ਹੈ, ਮੰਗ ਲੈ। ਪਰ ਜੇ ਨਾਮ ਨਹੀਂ ਮੰਗਿਆ, ਪਿਆਰੇ ਦੀ ਯਾਦ ਨਹੀਂ ਮੰਗੀ, ਝੂਠੀਆਂ ਵਸਤੂਆਂ ਮੰਗੀ ਗਿਆ। ਰਾਜੇ ਦੇ ਘਰੇ ਜਾ ਕੇ ਤੂੜੀ ਮੰਗਣੀ ਕਿੱਡੀ ਕੁ ਸ਼ੋਭਾ ਵਾਲੀ ਗੱਲ ਹੈ। ਰਾਜੇ ਦੇ ਘਰ ਤਾਂ ਹੀਰੇ ਨੇ, ਰਾਜੇ ਦੇ ਘਰ ਤਾਂ ਲਾਲ ਨੇ। ਉਹ ਸਿੱਖਾ ਤੈਨੂੰ ਕਦੇ ਪਤਾ ਹੀ ਨਹੀਂ ਲੱਗਿਆ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ। ਇਹ ਬਚਨ ਵਾਰ-ਵਾਰ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਸਿੱਖ ਕਰੇ ਤਾਂ ਕੀ ਕਰੇ, ਜੇ ਮੱਥੇ ਤੇ ਲਿਖੇ ਹੀ ਨਹੀਂ ਫਿਰ ਕੀ ਕਰੇ ਸਿੱਖ? ਮਹਾਰਾਜ ਕਹਿੰਦੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਜਿਹਨੇ ਮਨੁੱਖਾ ਸਰੀਰ ਰਹਿੰਦਿਆਂ ਮੱਥੇ ਤੇ ਲੇਖ ਲਿਖਵਾਏ ਨੇ ਨਾ, ਸੋ ਏਤ ਖਜ਼ਾਨਾ ਲਿਆ ਰਲਾਏ। ਉਹ ਇਹ ਖਜ਼ਾਨੇ ਦੇ ਵਿੱਚ ਰਲਿਆ। ਉਹਨੇ ਗੁਰੂ ਦਾ ਪੱਲਾ ਫੜਿਆ ਜਿਹਦੇ ਮੱਥੇ ਤੇ ਲੇਖ ਲਿਖੇ ਨੇ, ਲਿਖਵਾਏ ਨੇ। ਜਿਹਨੇ ਲੇਖ ਕਿਵੇਂ ਲਿਖਵਾਉਣੇ ਨੇ? ਆ ਹੁਣ ਆਪਾਂ ਲੇਖ ਲਿਖਵਾ ਰਹੇ ਹਾਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ। ਇਹ ਲੇਖ ਲਿਖੇ ਜਾ ਰਹੇ ਨੇ। ਸਿੱਖਾ ਤੂੰ ਆਉਣਾ ਸੰਗਤ ਵਿੱਚ, ਲੈ ਤੇਰੇ ਚੰਗੇ ਲੇਖ ਲਿਖਾਂ, ਤੇਰੇ ਸੋਹਣੇ ਲੇਖ ਲਿਖਾਂ, ਤੇਰੀਆਂ ਮਾੜੀਆਂ ਲਕੀਰਾਂ ਮਿਟਾ ਦਿਆਂ, ਚੰਗੀਆਂ ਲਕੀਰਾਂ ਲਿਖਾਂ ਤੇਰੇ ਮੱਥੇ ਤੇ ਫਿਰ ਇਹ ਖਜ਼ਾਨੇ ਦੇ ਵਿੱਚ ਉਹ ਜਿਹੜਾ ਹੈਗਾ ਹਿੱਸੇਦਾਰ ਬਣ ਜਾਂਦਾ ਹੈ। ਉਹ ਗੁਰੂ ਦੀ ਬਾਣੀ ਨੂੰ ਗਾਉਣ ਦਾ, ਸੁਣਨ ਦਾ, ਕਮਾਉਣ ਦਾ ਹੱਕਦਾਰ ਬਣ ਜਾਂਦਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਹਾਰਾਜ ਰੋ ਗਾਥ ਵਾਹੂ ਸਿਉ ਲੁਬੜਿਓ, ਨਿਹ ਭਾਗੜੋ ਪਾਹੇ ਸੰਜੋਇਓ ਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ, ਆਹਾ ਕੱਲ ਵੀ ਇਹੀ ਬਚਨ ਆਇਆ ਸੀ, ਕੱਲ ਵੀ ਇਹੀ ਵਚਨ ਆਇਆ ਸੀ, ਅੱਜ ਵੀ ਵੇਖੋ ਕੁਦਰਤੀ। ਇਹ ਨਹੀਂ ਵੀ ਕਿਤੇ ਮੱਥ ਕੇ ਆਪਾਂ। ਮਹਾਰਾਜ ਜੀ ਕਹਿੰਦੇ ਮਹਾਰਾਜ ਰੋ ਗਾਥ, ਗਾਥ ਮੈਨੇ ਵਸਤੂ, ਸਰੀਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ। ਮਹਾਰਾਜ ਰੋ ਗਾਥ ਵਾਹੂ ਸਿਉ ਲੁਬੜਿਓ, ਇਸੇ ਨਾਲ ਮੋਹ ਪਾ ਕੇ ਬੈਠ ਗਿਆ। ਇਹਨਾਂ ਨੂੰ ਇਹ ਮੋਹ ਕਰੀ ਜਾਂਦਾ ਸਾਰੀ ਜ਼ਿੰਦਗੀ। ਵਾਹੂ ਸਿਉ ਲੁਬੜਿਓ, ਲੁਬੜਿਓ ਦਾ ਅਰਥ ਹੈ ਲੋਭ ਕਰ ਰਿਹਾ, ਮੋਹ ਕਰ ਰਿਹਾ। ਵਾਹਿਗੁਰੂ ਨੇ ਸਰੀਰ ਦਿੱਤਾ ਤੇ ਇਹਨਾਂ ਸਰੀਰਾਂ ਦੇ ਮੋਹ ਵਿੱਚ ਹੀ ਫਸ ਗਿਆ ਬੰਦਾ। ਕਹਿਣ ਤੋਂ ਭਾਵ ਇਹ ਹੈ ਨਿਹ ਭਾਗੜੋ ਭਾਹੇ ਸੰਜੋਇਓ ਰੇ। ਮਹਾਰਾਜ ਜੀ ਕਹਿੰਦੇ ਇਸੇ ਨਾਲ ਮੂਰਖ ਜੀਵ ਮੋਹ ਕਰਦਾ ਹੈ। ਨਿਭਾਗਾ ਮਨੁੱਖ, ਭਾਗਾਂ ਤੋਂ ਹੀਣਾ ਮਨੁੱਖ। ਨਿਹ ਭਾਗੜੋ, ਅਭਾਗੇ ਤੈਂ ਲਾਜ ਨਾਹੀਂ। ਤੇ ਉੱਥੇ ਮਹਾਰਾਜ ਜੀ ਕਹਿੰਦੇ ਅਭਾਗਾ ਮਨੁੱਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਨਾਲ ਜੋੜੀ ਰੱਖਦਾ ਹੈ। ਨਿਹ ਭਾਗੜੋ ਭਾਹੇ ਸੰਜੋਇਓ ਰੇ। ਸੰਜੋਇਓ ਭਾਵ ਜੋੜੀ ਰੱਖਣਾ। ਕਹਿੰਦੇ ਉਹ ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਹੀ ਆਪਣਾ ਮੇਲ ਬਣਾਈ ਰੱਖਦਾ ਸਾਰੀ ਜ਼ਿੰਦਗੀ। ਪਰਮੇਸ਼ਰ ਦਾ ਠੰਡਾ ਨਾਮ, ਠੰਡ ਦੇਣ ਵਾਲਾ, ਜਿਹਨੂੰ ਮਹਾਰਾਜ ਨੇ ਆਖਿਆ ਸੀ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਕਹਿੰਦੇ ਭੋਲਿਆ ਤੂੰ ਤਾਂ ਬਾਰ-ਬਾਰ ਰਿਪੀਟ ਕਰਨਾ ਸੀ ਗੁਰੂ ਦੇ ਸ਼ਬਦ ਨੂੰ, ਨਾਮ ਨੂੰ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਮਨ ਵੀ ਰੱਜੂ ਤਨ ਵੀ ਰੱਜੂ, ਦੋਨੇ ਰੱਜ ਜਾਣਗੇ। ਨਹੀਂ ਤਾਂ ਦੋਨੀ ਭੁੱਖੇ ਨੇ, ਭਜਾਈ ਚੱਲ, ਦੱਬੀ ਫਿਰਦੇ ਨੇ ਸੰਸਾਰ ਨੂੰ। ਨੇ ਭਾਗੜੋ ਭਾਹੇ ਸੰਜੋਇਓ ਰੇ। ਇਹਨਾਂ ਨਾਲ ਹੀ ਜੁੜਿਆ ਸੰਸਾਰ। ਮਹਾਰਾਜ ਬਥੇਰਾ ਜ਼ੋਰ ਲਾਉਂਦੇ ਨੇ, ਸਿੱਖਾ ਸ਼ਬਦ ਨਾਲ ਜੁੜ ਜਾ, ਗੁਰੂ ਦੀ ਬਾਣੀ ਨਾਲ ਜੁੜ ਜਾ। ਪਰ ਮਹਾਰਾਜ ਕਹਿੰਦੇ ਮਹਾਰਾਜ ਦੀ ਗਾਥ, ਵਾਹਿਗੁਰੂ ਦਾ ਦਿੱਤਾ ਸਰੀਰ ਇਸੇ ਨਾਲ ਹੀ ਜੁੜਿਆ ਪਿਆ। ਸਤਿਗੁਰਾਂ ਨੇ ਆਖਿਆ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਇਹਦਾ ਮੋਹ ਸਰੀਰ ਨਾਲ ਹੈ, ਨਹੀਂ ਨਿਕਲਦਾ, ਉੱਥੇ ਹੀ ਜੁੜਿਆ ਰਹਿੰਦਾ। ਮਹਾਰਾਜ ਕਹਿੰਦੇ ਇੱਥੇ ਪ੍ਰਾਪਤੀ ਨਹੀਂ ਹੈ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਇਹਦਾ ਵਿਸਰਾਮ ਹੈ, ਕਿਉਂਕਿ ਇਹ ਸ਼ਬਦ ਬੜਾ ਔਖਾ ਹੈ। ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਐਸੇ ਨੇ ਜਿਨ੍ਹਾਂ ਦੇ ਵਿਸਰਾਮ ਗੁਰੂ ਦੀ ਕਿਰਪਾ ਬਿਨਾਂ ਨਹੀਂ ਲੱਗਦੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਸਗਲੋ ਤੇ ਵਿਸਰਾਮ ਹੈ ਇਹਦਾ। ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਹੇ ਭੁੱਲੇ ਮਨ, ਹੇ ਭਟਕੇ ਮਨ, ਭਰਮ ਵਿੱਚ ਪਏ ਮਨ, ਸਾਰੇ ਗੁਰਮੁਖ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, ਜਿਹੜੇ ਰੱਬ ਦੇ ਰਾਹ ਤੇ ਚੱਲੇ ਹੋਏ ਨੇ। ਹੁਣ ਇੱਥੇ ਸਾਧੂ ਜਨ ਦਾ ਅਰਥ ਬੜੀ ਸਾਵਧਾਨੀ ਨਾਲ ਕਰਨਾ ਪੈਣਾ। ਮੈਂ ਕਈ ਵਾਰ ਇਹ ਬੇਨਤੀਆਂ ਕਰਦਾ ਹੁੰਦਾ ਵੀ ਆਪਾਂ ਸਾਧ ਉਹਨੂੰ ਵੀ ਕਹਿੰਦੇ ਆ ਜਿਹੜਾ ਦਿਨ ਰਾਤ ਸ਼ਰਾਬਾਂ ਪੀਂਦਾ, ਚਰਸ, ਤੰਬਾਕੂ, ਗਾਂਜਾ, ਹਰ ਤਰ੍ਹਾਂ ਦੇ ਬੁਰੇ ਕਰਮ ਕਰਦਾ ਸੀ, ਉਹਨੂੰ ਵੀ ਸਾਧ ਮੰਨ ਬੈਠਦੇ ਆ, ਉਹਨੂੰ ਸਾਧ ਨਹੀਂ। ਮਹਾਰਾਜ ਨੇ ਇੱਥੇ ਆਖਿਆ ਜਿਹੜੇ ਗੁਰਬਾਣੀ ਵਿੱਚ ਭਿੱਜੀਆਂ ਰੂਹਾਂ ਨੇ, ਨਾਮ ਵਿੱਚ ਭਿੱਜੀਆਂ ਰੂਹਾਂ ਨੇ, ਜਿਹੜੇ ਭਰਮ ਵਹਿਮ ਪਖੰਡ ਤੋਂ ਉੱਚੇ ਨੇ, ਜਿਹੜੇ ਕਿਸੇ ਅੰਧ ਵਿਸ਼ਵਾਸ ਵਿੱਚ ਨਾ ਪਏ ਨੇ ਨਾ ਪਾਉਂਦੇ ਨੇ, ਉਹਨਾਂ ਸਾਧੂ ਜਨਾਂ ਵੱਲ ਇਸ਼ਾਰਾ ਇੱਥੇ। ਆਪਾਂ ਬੜੇ ਭੋਲੇ ਲੋਕ ਹੁੰਦੇ ਆ, ਪਤਾ ਆਪਾਂ ਕੀ ਕਹਿੰਦੇ, ਭਗਮਾ ਬਾਣਾ ਪਾਇਆ ਜੀ, ਕਿਸੇ ਨੂੰ ਮਾੜਾ ਨਾ ਆਖੋ। ਬਿਲਕੁਲ ਠੀਕ ਹੈ, ਮਾੜਾ ਨਾ ਆਖੋ, ਪਰ ਜੇ ਤੁਸੀਂ ਆਖੋਗੇ ਵੀ ਇਹ ਸਾਨੂੰ ਰੱਬ ਨਾਲ ਜੋੜੂਗਾ, ਇਹ ਭਰਮ ਚ ਨਾ ਪੈ ਜਿਓ। ਇੱਥੇ ਮਹਾਰਾਜ ਨੇ ਆਖਿਆ ਜਿਹੜੀਆਂ ਗੁਰਮੁਖ ਸਖੀਆਂ, ਗੁਰੂ ਦੇ ਨਾਲ ਜੁੜੀਆਂ ਜੀਵ ਰੂਪ ਇਸਤਰੀਆਂ, ਜਿਨ੍ਹਾਂ ਨੇ ਵਾਹਿਗੁਰੂ ਦੇ ਘਰ ਦਾ ਆਨੰਦ ਮਾਣਿਆ, ਉਹਨਾਂ ਸਾਰੇ ਸਾਧੂਆਂ ਦੇ ਚਰਨਾਂ ਦੀ ਧੂੜ ਚੱਕ ਲੈ, ਕੋਈ ਮਾੜੀ ਨਹੀਂ। ਪਰ ਡਿੱਗੇ ਹੋਇਆਂ ਕੋਲ, ਜਿਨ੍ਹਾਂ ਦਾ ਜੀਵਨ ਬਿਲਕੁਲ ਜ਼ੀਰੋ ਹੈ, ਕੱਪੜਿਆਂ ਨੂੰ ਸਾਧ ਨਹੀਂ ਕਿਹਾ, ਮੇਰਾ ਸਿੱਧਾ ਕਹਿਣ ਤੋਂ ਭਾਵ ਇਹ ਹੈ, ਕੱਪੜਿਆਂ ਨੂੰ ਸਾਧ ਹੀ ਨਹੀਂ ਆਖਿਆ ਗੁਰੂ ਮਹਾਰਾਜ ਨੇ, ਕਮਾਈ ਨੂੰ ਸਾਧ ਆਖਿਆ ਸਤਿਗੁਰਾਂ ਨੇ। ਸੁਣ ਮਨ ਸੀਖ ਸਾਧੂ ਜਨ ਸਗਲੋ। ਇਹ ਮੇਰੇ ਮਨ, ਸਾਰੇ ਗੁਰਮੁਖਾਂ ਦੀ, ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ। ਇਹਦੀ ਬਰਕਤ ਦੇ ਨਾਲ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਆਹ ਸੰਗਤ ਦਾ ਲਾਭ। ਕਬੀਰ ਏਕ ਘੜੀ ਆਦੀ ਘਰੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਤੇਰੇ ਸਾਰੇ ਪਾਪ ਮਿਟ ਜਾਣਗੇ ਜਦੋਂ ਤੂੰ ਗੁਰਮੁਖਾਂ ਦੀ ਸੰਗਤ ਕਰੇਗਾ। ਗੁਰਮੁਖਾਂ ਦੀ ਸੰਗਤ ਕਰਿਆ ਪਾਪ ਮਿਟਦੇ ਨੇ, ਮਨਮੁੱਖਾਂ ਕੋਲ ਬੈਠਿਆਂ ਪਾਪ ਲੱਗਦੇ ਨੇ। ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਚਿੱਕੜ ਦੇ ਵਿੱਚੋਂ ਦੀ ਲੰਘਾਂਗੇ ਪਿਆਰਿਓ, ਕਿਵੇਂ ਸਫਾਈ ਰਹਿ ਸਕਦੀ ਹੈ। ਜੀਟੀ ਰੋਡ ਤੇ ਤੁਰਾਂਗੇ, ਕਿੱਥੋਂ ਮੈਲ ਲੱਗੇਗੀ। ਬਸ ਇਹੋ ਹੀ ਹੈ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੇ। ਹੇ ਦਾਸ ਨਾਨਕ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ। ਕਹਿੰਦੇ ਪ੍ਰਮਾਤਮਾ ਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਨ੍ਹਾਂ ਦੇ ਭਾਗਾਂ ਵਿੱਚ ਕੋਈ ਪ੍ਰਾਪਤੀ ਲਿਖੀ ਹੋਈ ਹੈ, ਕੁਛ ਲਿਖਿਆ ਹੋਇਆ, ਫਿਰ ਲਿਖਣ ਦੀ ਗੱਲ ਆਉਂਦੀ ਹੈ ਵਾਰ-ਵਾਰ। ਇਹ ਹੈ ਲਿਖਤ ਦੀ ਗੱਲ ਚੱਲ ਰਹੀ ਹੈ, ਲੇਖਾਂ ਦੀ ਗੱਲ ਚੱਲ ਰਹੀ ਹੈ, ਕਰਮਾਂ ਦੀ ਗੱਲ ਚੱਲ ਰਹੀ ਹੈ। ਨਾਸਤਕ ਕਹਿੰਦਾ ਕੁਛ ਨਹੀਂ ਹੁੰਦਾ, ਕੋਈ ਲੇਖ ਨਹੀਂ ਹੁੰਦੇ, ਕੋਈ ਕਰਮ ਨਹੀਂ ਹੁੰਦੇ। ਦੱਸੋ ਜੀ, ਗੁਰਬਾਣੀ ਨੂੰ ਵੱਡੀ ਮੰਨੋਗੇ ਕਿ ਨਾਸਤਕ ਨੂੰ ਮੰਨੋਗੇ? ਗੁਰਬਾਣੀ ਨੂੰ ਮੰਨ ਲਿਆ ਕਰੋ, ਭਲਾ ਹੋ ਜਾਊਗਾ। ਗੁਰਬਾਣੀ ਬਰਾਬਰ ਨਾ ਕੋਈ ਸੀ, ਨਾ ਕੋਈ ਹੈਗਾ ਤੇ ਨਾ ਕੋਈ ਹੋਵੇਗਾ। ਗੁਰਬਾਣੀ ਦੇ ਬਰਾਬਰ ਨਹੀਂ ਕੋਈ ਹੈਗਾ, ਕਿਉਂਕਿ ਗੁਰਬਾਣੀ ਤਾਂ ਉਹ ਹੈ। ਗੁਰਬਾਣੀ ਦੇ ਵਿੱਚ ਬਚਨ ਉਹ ਨੇ, ਜਿਵੇਂ ਸੰਸਾਰੀ ਉਦਾਹਰਣ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂ। ਗੁਰਬਾਣੀ ਦੇ ਬਚਨ ਨੇ, ਜਿਵੇਂ ਇੱਕ ਟ੍ਰੇਡ ਬੰਦਾ ਹੈ, ਇੱਕ ਅਨਟ੍ਰੇਡ ਬੰਦਾ ਹੈ। ਇੱਕ ਤਾਂ ਜਿਹਦੀ ਟ੍ਰੇਨਿੰਗ ਹੈ, ਉਸ ਬੰਦੇ ਨੂੰ ਤੁਸੀਂ ਅਸਲਾ ਦੇ ਦਿਓ, ਕਾਰਤੂਸ ਦੇ ਦਿਓ। ਇੱਕ ਅਨਟ੍ਰੇਡ ਹੈ, ਜਿਹਨੇ ਕੋਈ ਟ੍ਰੇਨਿੰਗ ਨਹੀਂ ਕੀਤੀ, ਇੱਕ ਉਸ ਬੰਦੇ ਨੂੰ ਅਸਲਾ ਦੇ ਦਿਓ।
ਨਾਸਤਕ ਤੇ ਗੁਰਮੁਖ। ਗੁਰਮੁਖ ਦੀ ਟ੍ਰੇਨਿੰਗ ਹੈ, ਨਾਸਤਕ ਦੀ ਕੋਈ ਟ੍ਰੇਨਿੰਗ ਨਹੀਂ। ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਕਹਿ ਰਿਹਾ ਹੈ। ਦੋਨਾਂ ਨੂੰ ਅਸਲਾ ਦੇ ਦਿਓ ਤੇ ਫਿਰ ਅੱਗੇ ਕੋਈ ਚੀਜ਼ ਰੱਖ ਦਿਓ ਵੀ ਇਹਨੂੰ ਟਾਰਗੇਟ ਕਰਨਾ ਹੈ, ਇਹਨੂੰ ਨਿਸ਼ਾਨਾ ਮਾਰਨਾ ਹੈ। ਅਨਟ੍ਰੇਨਡ ਬੰਦਾ ਸਾਰੇ ਕਾਰਤੂਸ ਚਲਾ ਦੇਗਾ, ਸ਼ਾਇਦ ਉਹ ਤੋਂ ਨਿਸ਼ਾਨਾ ਨਾ ਵੱਜੇ। ਜਿਹਦੀ ਟ੍ਰੇਨਿੰਗ ਹੈ ਨਾ, ਟ੍ਰੇਨਿੰਗ, ਇੱਕੋ ਹੀ ਕਾਰਤੂਸ ਦੇ ਵਿੱਚ ਫਤਿਹ ਪਾ ਲੂਗਾ, ਕਿਉਂਕਿ ਉਹਦੀ ਟ੍ਰੇਨਿੰਗ ਹੈ। ਉਹਨੇ ਸਿੱਧਾ ਐ ਗੁਰਜਰੀ ਦੇ ਵਿੱਚ ਮਾਰਨਾ, ਸਿੱਧਾ ਜਾ ਕੇ ਛਾਤੀ ਨੂੰ ਜਾਂ ਮੱਥੇ ਨੂੰ ਮਾਰਨਾ ਹੈ। ਇੱਕ ਘਟਨਾ ਹੋਈ ਸੀ ਆਪਣੇ ਦਿਆਲਪੁਰੇ ਪਿੰਡ। ਦਿਆਲਪੁਰੇ ਝੋਟੇ ਨੂੰ ਹਲਕਾ ਚੜ ਗਿਆ, ਸਾਹਨ ਨੂੰ। ਆਪਾਂ ਝੋਟਾ ਕਹਿ ਲੈਂਦੇ, ਉਧਰ ਸਾਹਨ ਕਹਿੰਦੇ ਨੇ, ਸੰਡਾ ਵੀ ਕਹਿ ਦਿੰਦੇ ਨੇ। ਚਲੋ, ਉਹਨੂੰ ਜਦੋਂ ਹਲਕਾ ਚੜ ਗਿਆ ਤੇ ਬੜਾ ਤਕੜਾ ਸੀ, ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ, ਉਹ ਟੋਭੇ ਦੇ ਵਿੱਚ ਵੜ ਗਿਆ, ਛੱਪੜ ਦੇ ਵਿੱਚ ਵੜ ਗਿਆ ਝੋਟਾ। ਫਿਰ ਜੀ ਪਿੰਡ ਨੇ ਮਤਾ ਪਾ ਕੇ ਵੀ ਹੁਣ ਇਹਨੂੰ ਮਾਰ ਦਿਓ ਝੋਟੇ ਨੂੰ, ਹੋਰ ਤਾਂ ਕੋਈ ਹੱਲ ਨਹੀਂ। ਜੇ ਛੱਪੜ ਵਿੱਚੋਂ ਨਿਕਲ ਗਿਆ ਇਹਨੇ ਨੁਕਸਾਨ ਬਹੁਤ ਕਰਨਾ ਹੈ। ਫਿਰ ਤੇਰੇ ਮੇਰੇ ਕੋਲ ਜਿਹੜੀਆਂ ਸੀ 312 ਬੋਰ, ਕਿਸੇ ਕੋਲ ਪੱਕੀ, ਕਿਸੇ ਕੋਲ ਕੋਈ, ਚੱਕ ਲਿਆਏ ਜੀ ਲੋਕ। ਸਾਰੇ ਲੱਗੇ ਫਾਇਰ ਕਰਨ। ਗੁਰਮੁਖੋ 5-10 ਰਾਈਫਲਾਂ ਵਾਲੇ ਸੀ, ਕਿਸੇ ਤੋਂ ਫਾਇਰ ਨਹੀਂ ਵੱਜਿਆ ਝੋਟੇ ਦੇ। ਫਿਰ ਰਿਟਾਇਰ ਆਇਆ ਫੌਜੀ ਸੀ, ਕਹਿੰਦੇ ਵੀ ਉਹਨੂੰ ਬੁਲਾਓ। ਆ ਗਿਆ, ਕਹਿੰਦੇ ਲੈ ਵੀ ਫੌਜੀਆ, ਵੀ ਇਹ ਕੰਮ ਤੈਨੂੰ ਕਰਨਾ ਪੈਣਾ। ਉਹ ਕਹਿੰਦਾ ਹੋ ਜਾਊਗਾ। ਆਹ ਫੜ, ਕਹਿੰਦੇ ਪੱਕੀ ਫੜਾਤੀ ਜੀ ਉਹਨੂੰ। ਉਹ ਕਹਿੰਦਾ ਇਸ ਤਰ੍ਹਾਂ ਨਹੀਂ, ਮਿੱਟੀ ਦੀ ਬੋਰੀ ਭਰੋ, ਮਿੱਟੀ ਦੀ ਬੋਰੀ ਭਰੋ, ਮੈਂ ਸਿਸਤ ਲਵਾਂਗਾ, ਸਿਸਤ ਦੇ ਨਾਲ ਨਿਸ਼ਾਨਾ ਬਣਾਵਾਂਗਾ ਤੇ ਤੁਹਾਡਾ ਕੰਮ ਫਤਿਹ ਹੈ। ਮਿੱਟੀ ਦੀ ਬੋਰੀ ਭਰੀ ਗਈ ਤੇ ਫੌਜੀ ਲੰਮਾ ਲੇਟ ਕੇ, ਝੋਟਾ ਜਿਹੜਾ ਸੀ ਸਾਹਨ ਛੱਪੜ ਦੇ ਵਿੱਚ ਵਿਚਕਾਰ ਚਲਿਆ ਸੀ, ਤੇ ਫਿਰ ਇੱਥੇ ਪੁੜਪੜੀ ਦਾ ਨਿਸ਼ਾਨਾ ਲੈ ਲਿਆ ਨੌਜਵਾਨ ਨੇ। ਪਹਿਲੇ ਕਾਰਤੂਸ ਦੇ ਨਾਲ ਉਲਟਾ ਕੇ ਮਾਰਿਆ, ਪਹਿਲੇ ਦੇ ਨਾਲ। ਹੁਣ ਸਮਝ ਗਏ ਨਾ, ਮੈਂ ਗੱਲ ਝੋਟੇ ਦੀ ਨਹੀਂ ਸੁਣਾ ਰਿਹਾ, ਮੈਂ ਗੱਲ ਸੁਣਾ ਰਿਹਾ ਨਾਸਤਕ ਦੀ ਤੇ ਗੁਰਬਾਣੀ ਦੀ। ਗੁਰਬਾਣੀ ਦੇ ਬਚਨ ਉਹ ਨੇ, ਇੱਕੋ ਹੀ ਬਚਨ, ਕਬੀਰ ਸਤਿਗੁਰ ਸੂਰਮੇ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਰੇਚੇ ਛੇਕ। ਗੁਰਬਾਣੀ ਦਾ ਤਾਂ ਇੱਕੋ ਹੀ ਸ਼ਬਦ ਕਾਫੀ ਹੈ। ਜਨਮਾਂ ਜਨਮਾਂ ਦੀ ਮੈਲ ਕੱਟ ਕੇ ਮਹਾਰਾਜ ਸ਼ੁੱਧ ਤੇ ਪਵਿੱਤਰ ਬਣਾ ਦਿੰਦੇ ਨੇ। ਨਾਸਤਕ ਸਾਰੀ ਜ਼ਿੰਦਗੀ ਭੌਂਕੀ ਜਾਵੇ, ਕੁਛ ਵੀ ਨਹੀਂ ਹੋਣ ਵਾਲਾ, ਕੁਛ ਵੀ, ਕਿਉਂਕਿ ਅਨਟ੍ਰੇਨਡ ਹੈ, ਟ੍ਰੇਨਿੰਗ ਕੋਈ ਨਹੀਂ, ਆਪਣੇ ਮਨ ਦੇ ਪਿੱਛੇ ਲੱਗ ਕੇ ਗੱਲਾਂ ਕਹਿ ਰਿਹਾ। ਤੇ ਇਹ ਤਾਂ ਤੱਤੀ ਲੋਹ ਤੇ ਬੈਠ ਕੇ ਬਚਨ ਉਚਾਰੇ ਹੋਏ ਨੇ ਪਿਆਰਿਓ। ਕਿੱਥੇ ਰੀਸ ਕਰਾਂਗੇ ਅਸੀਂ ਗੁਰੂ ਦੀ ਬਾਣੀ ਦੀ? ਇਹ ਤਾਂ ਚਾਂਦਨੀ ਚੌਂਕ ਦੇ ਵਿੱਚ ਬੈਠ ਕੇ, ਜਿੱਥੇ ਆਰੇ ਚੱਲ ਰਹੇ ਸੀ, ਜਿੱਥੇ ਰੂਪ ਵਿੱਚ ਲਪੇਟ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਜਿੱਥੇ ਪਾਣੀ ਦੇ ਵਿੱਚੋਂ ਵਾਲਿਆ ਜਾ ਰਿਹਾ ਸੀ, ਇਹ ਤਾਂ ਉਹ ਗੁਰਸਿੱਖਾਂ ਦੀ, ਉਹ ਗੁਰੂ ਪਾਤਸ਼ਾਹ ਦੀ ਬਾਣੀ ਹੈ। ਬਾਣੀ ਦੇ ਬਰਾਬਰ ਅਸੀਂ ਨਹੀਂ ਪਹੁੰਚ ਸਕਦੇ। ਜਿੰਨਾ ਮਰਜ਼ੀ ਤੁਸੀਂ ਥੁੱਕ ਡੇਗੀ ਜਾਓ, ਕੀ ਲਾਭ ਇਹਦਾ? ਗੁਰਬਾਣੀ ਤਾਂ ਗੁਰਬਾਣੀ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨਾਈ। ਗੁਰਬਾਣੀ ਦੇ ਬਰਾਬਰ ਨਾ ਕੋਈ ਹੈਗਾ, ਨਾ ਕੋਈ ਹੋ ਸਕਦਾ। ਅੱਜ ਮੰਨ ਲਓ, ਭਾਵੇਂ ਕੱਲ ਮੰਨ ਲਓ, ਮੰਨਣਾ ਪੈਣਾ ਗੁਰੂ ਦੀ ਬਾਣੀ ਨੂੰ, ਨਹੀਂ ਤਾਂ ਜੰਮੀ ਜਾਈ ਮਰੀ ਜਾਈ, ਜੰਮੀ ਜਾਈ ਮਰੀ ਜਾਈ। ਸੋ ਪਾਤਸ਼ਾਹ ਜੀ ਕਹਿੰਦੇ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ। ਜਿਨ੍ਹਾਂ ਦੇ ਭਾਗਾਂ ਦੇ ਵਿੱਚ ਮਹਾਰਾਜ ਦਾ ਖਜ਼ਾਨੇ ਦੀ ਸਾਂਝੇਦਾਰੀ, ਹਿੱਸੇਦਾਰੀ ਲਿਖੀ ਹੋਈ ਹੈ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਮਹਾਰਾਜ ਜੀ ਕਹਿੰਦੇ ਉਹ ਜੂਨਾਂ ਵਿੱਚ ਨਹੀਂ ਪੈਂਦੇ। ਐਡੇ ਵੱਡੇ ਤਸੱਲੀ ਬਖਸ਼ ਬਚਨ ਮਹਾਰਾਜ ਸਾਨੂੰ ਦੱਸ ਰਹੇ ਨੇ ਵੀ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਮੁੜ ਕੇ ਜੂਨਾਂ ਵਿੱਚ ਨਹੀਂ ਪੈਂਦੇ। ਨਹੀਂ ਤਾਂ ਜੂਨਾਂ ਵਿੱਚੋਂ ਘੁੰਮ ਕੇ ਆਏ ਆ, ਫਿਰ ਉਹਦੇ 'ਚ ਡਿੱਗਣ ਵਾਸਤੇ ਤਿਆਰ ਰਹੋ, ਮਹਾਰਾਜ ਕਹਿੰਦੇ। ਹੁਣ ਵੇਖੋ ਕਿੱਥੇ ਲਿਖਿਆ ਹੋਇਆ ਮਹਾਰਾਜ ਨੇ। ਮਹਾਰਾਜ ਜੀ, ਇਹ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਬਚਨ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਫਿਰਤ ਫਿਰਤ ਮਾਨੁਖ ਭਇਆ, ਖਿਨ ਭੰਗਨ ਦੇ ਹਾਦ। ਫਿਰਤ ਫਿਰਤ ਦਾ ਜਿੱਥੇ ਆਵੇ ਸ਼ਬਦ, ਉੱਥੇ 84 ਲੱਖ ਦੇ ਗੇੜੇ ਦਾ ਅਰਥ ਹੁੰਦਾ ਹੈ। ਫਿਰਤ ਫਿਰਤ ਦਾ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਫਿਰਤ ਫਿਰਤ ਭੇਟੇ ਜਨ ਸਾਧੂ। ਫਿਰਤ ਦਾ ਅਰਥ 84 ਦਾ ਗੇੜਾ। ਫਿਰਤ ਫਿਰਤ ਮਾਨੁਖ ਭਇਆ। ਮਹਾਰਾਜ ਕਹਿੰਦੇ ਬਹੁਤ ਜੂਨਾ ਘੁੰਮ ਕੇ ਅੱਜ ਮਨੁੱਖਾ ਸਰੀਰ ਮਿਲ ਗਿਆ ਆਪਾਂ ਨੂੰ। ਕਹਿੰਦੇ ਇਹ ਗੱਲ ਚੇਤੇ ਰੱਖਿਓ, ਖਿਨ ਭੰਗਨ ਦੇ ਹਾਦ।
ਜਦੋਂ ਦੇਹਾਦ ਦੇਹੀ ਦਾ ਅੰਤ, ਜਦੋਂ ਦੇਹੀ ਦਾ ਅੰਤ ਹੋਣਾ 1 ਸਕਿੰਟ ਕਾਫੀ ਹੈ। ਗੰਢੇਂਦਿਆਂ 6 ਮਾਹ ਤੁੜਨਦਿਆਂ 1 ਖਿਨੋ। ਇਹਦੀ ਸੂਰਤ ਮੂਰਤ ਤਿਆਰ ਹੋਣ ਤੇ 6 ਮਹੀਨੇ ਲੱਗਦੇ ਨੇ। ਜਦੋਂ ਸਵਾਸਾਂ ਦੀ ਡੋਰੀ ਟੁੱਟਦੀ 1 ਸਕਿੰਟ, ਬਸ ਕੋਲ ਹੀ ਖੜੇ ਹੁੰਦੇ ਨੇ ਪਰਿਵਾਰ ਵਾਲੇ, ਬਾਪੂ ਆ ਪਾਣੀ ਪੀ ਲੈ, ਤੇਰੀ ਧੀ ਆਈ ਹੈ, ਬਾਪੂ ਤੇਰਾ ਪੁੱਤ ਪਾਣੀ ਪਾਉਂਦਾ, ਆ ਲੰਘਾ ਲੈ ਅੰਦਰ। ਪਰ ਉਹ ਕਿਹੜਾ ਲੰਘਦਾ ਚਮਚਾ, ਉੱਥੇ ਹੀ ਰੁਕ ਜਾਂਦਾ। ਆਉ ਗਿਆ ਐ। ਮਹਾਰਾਜ ਕਹਿੰਦੇ ਖਿਨ ਭੰਗਣ ਦੇਹਾਦ। ਹੁਣ ਜਿਹੜੇ ਲੋਕਾਂ ਨੂੰ ਇਹ ਹੈ ਨਾ ਵੀ ਕੋਈ ਜੂਨ ਨਹੀਂ, ਕੋਈ ਜਨਮ ਨਹੀਂ, ਕੋਈ ਪੂਰਬਲਾ ਕਰਮ ਨਹੀਂ, ਮਹਾਰਾਜ ਜੀ ਕਹਿੰਦੇ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ। ਆ ਲਿਖਿਆ ਹੋਇਆ ਸਤਿਗੁਰਾਂ ਨੇ। ਕਹਿੰਦੇ ਤੂੰ ਇਹ ਬਾਰੀ ਜੇ ਚੁੱਕ ਗਿਆ ਨਾ, ਨਿਗੁਰਾ ਮਰ ਗਿਆ, ਗੁਰੂ ਵਾਲਾ ਨਾ ਬਣਿਆ, ਕਹਿੰਦੇ ਫਿਰ ਬਹੁ ਜੋਨ ਪ੍ਰਮਾਦ, ਦੁਬਾਰਾ 84 ਵਿੱਚ ਡਿੱਗਣ ਵਾਸਤੇ ਤਿਆਰ ਰਹੀਂ, ਫਿਰ ਤੈਨੂੰ ਉਹ ਜੂਨਾਂ ਭੋਗਣੀਆਂ ਪੈਣਗੀਆਂ। ਬਹੁਤ ਜੋਨ, ਬਹੁਤ ਜੂਨੀਆਂ। ਕਿੰਨੀਆਂ ਜੂਨੀਆਂ ਮੈਂ ਤਾਂ ਕਈ ਵਾਰੀ ਆਪ ਵਿਚਾਰਦਾ ਹੁੰਨਾ, ਕਿਉਂਕਿ ਜਿੰਨਾ ਚਿਰ ਆਪਾਂ ਆਪ ਨਹੀਂ ਵਿਚਾਰਾਂਗੇ ਨਾ, ਉਹਨਾਂ ਚਿਰ ਸਾਡੇ ਤੇ ਗੁਰਬਾਣੀ ਦੀ ਕਲਾ ਨਹੀਂ ਵਰਤੇਗੀ। ਮੈਂ ਸੋਚਦਾ ਹੁੰਨਾ ਵੀ ਜਦੋਂ ਸਰੀਰ ਚੋਂ ਜਿੰਦ ਨਿਕਲਦੀ ਹੈ, ਉਹਦੇ ਤੋਂ ਬਾਅਦ ਆ ਸੰਸਾਰ ਤਾਂ ਖਤਮ ਹੈ। ਉਸੇ ਵੇਲੇ ਸੰਸਾਰ ਨਾਲ ਤਾਂ ਜਦੋਂ ਜਿੰਦ ਨਿਕਲ ਗਈ, ਸਾਡਾ ਕੀ ਸੰਸਾਰ ਨਾਲ ਰਹਿ ਗਿਆ? ਜਦੋਂ ਜਿੰਦ ਸਰੀਰ ਚੋਂ ਨਿਕਲ ਗਈ, ਵੇਖੋ ਜਦੋਂ ਆਪਣੇ ਵਿਹੜੇ ਵਿੱਚ ਡੈੱਡ ਬੋਡੀ ਪਈ ਹੈ, ਜਿੰਦ ਤਾਂ ਨਿਕਲ ਗਈ ਨਾ, ਆਤਮਾ ਰੂਹ ਨਿਕਲ ਗਈ, ਫਿਰ ਆਪਣੇ ਨਾਲ ਉਹਦਾ ਕੀ ਰਹਿ ਗਿਆ? ਉਹ ਤਾਂ ਗਿਆ। ਹੁਣ ਉਹ ਕਿਹਨੂੰ ਆਖੂਗਾ ਵੀ ਮੈਨੂੰ ਦੁਬਾਰਾ ਇਸੇ ਘਰ 'ਚ ਜਨਮ ਦੇ ਦਿਓ ਮਹਾਰਾਜ, ਮੈਨੂੰ ਬੰਦਾ ਬਣਾ ਦਿਓ, ਮੈਨੂੰ ਮਨੁੱਖ ਬਣਾ ਦਿਓ। ਹੁਣ ਵਾਹਿਗੁਰੂ ਜਾਣਦਾ ਹੈ ਵੀ ਉਹਨੂੰ ਕਿਹੜੇ ਪਾਸੇ ਸਿੱਟਿਆ ਜਾਊ। ਉੱਥੇ ਕਿਹਨੂੰ ਆਖਾਂਗੇ? ਮੌਕਾ ਖੁੰਝ ਜੂਗਾ। ਮਹਾਰਾਜ ਤਾਈਓ ਬਾਰੀ ਕਹਿੰਦੇ ਨੇ, ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ, ਜਿੰਦੇ ਤੂੰ ਰੋਵੇਂਗੀ ਧਾਹਾਂ ਮਾਰੇਂਗੀ, ਪਛਤਾਉਣਾ ਪੈਣਾ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛਾ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ, ਫਿਰ ਪਛਤਾਉਣਾ ਪੈਣਾ, ਫਿਰ ਕੁਛ ਵੀ ਹੱਥ ਪੱਲੇ ਨਹੀਂ ਰਹਿਣਾ ਸਾਡੇ। ਹੁਣ ਮੌਕਾ ਹੈ, ਹੁਣ ਤੂੰ ਕਹਿ ਸਕਦਾ ਗੁਰੂ ਨੂੰ, ਮਹਾਰਾਜ ਮੈਨੂੰ ਖੰਡੇ ਕੀ ਪਹੁਲ ਦਿਓ, ਮੈਨੂੰ ਸਿਮਰਨ ਦੀ ਜੁਗਤ, ਮੈਨੂੰ ਬੰਦਗੀ ਦੀ ਦਾਤ ਦਿਓ, ਮੈਨੂੰ ਚਰਨਾਂ ਦੀ ਪ੍ਰੀਤ ਬਖਸ਼ੋ। ਮਹਾਰਾਜ ਬਖਸ਼ ਦੇਣਗੇ। ਜਦੋਂ ਜਿੰਦ ਨਿਕਲ ਗਈ ਸਰੀਰ ਚੋਂ, ਫਿਰ ਕਿਹਨੂੰ ਆਵਾਜ਼ਾਂ ਮਾਰੇਗਾ? ਕਿਹਨੂੰ ਆਖੇਗਾ? ਉੱਥੇ ਕਿਹੜਾ ਭੈਣ ਹੈ, ਕਿਹੜਾ ਭਾਈ ਹੈ, ਕਿਹੜਾ ਪਿਓ ਹੈ, ਕੌਣ ਹੈ ਉੱਥੇ? ਇੱਕ ਗੁਰੂ ਤੋਂ ਬਿਨਾਂ ਫਿਰ ਕੋਈ ਨਹੀਂ ਹੈਗਾ ਉੱਥੇ। ਸੋ ਇਸ ਕਰਕੇ ਅਸੀਂ ਕਿਉਂ ਇੰਨੇ ਸੋਹਣੇ ਸਮੇਂ ਨੂੰ ਬੇਕਾਰ ਗਵਾ ਰਹੇ ਹਾਂ? ਕਿਉਂ ਇੰਨੇ ਸੋਹਣੇ ਸਮੇਂ ਨੂੰ ਅਸੀਂ ਅਜਾਈਂ ਗਵਾ ਰਹੇ ਹਾਂ? ਅੱਜ ਮੌਕਾ ਇਹਨੂੰ ਸੰਭਾਲੀਏ। ਤਾਂ ਹੁਣ ਇੱਕ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ 204 ਅੰਗ ਤੇ ਗੌੜੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ। ਇਹ ਸ਼ਬਦ ਵੀ ਵਿਚਾਰ ਲਈਏ, ਗੁਰਬਾਣੀ ਹੈ, ਭਲਾ ਹੁੰਦਾ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਜਗਿਆਸੂ ਦੇ ਅੰਦਰ ਸਤਸੰਗ ਦੇ ਵਿੱਚੋਂ ਇਹ ਚਾਹ ਪੈਦਾ ਹੋ ਗਿਆ, ਵਾਹਿਗੁਰੂ ਮੈਨੂੰ ਆਪਣਾ ਮਿਲਾਪ ਬਖਸ਼ੋ, ਮੈਂ ਤੁਹਾਡੇ ਚਰਨਾਂ ਦੀ ਪ੍ਰੀਤ ਚਾਹੁੰਦਾ। ਕਾਵਨ ਗੁਣ ਪ੍ਰਾਨ ਪਤ ਮਿਲਾਉ ਮੇਰੀ ਮਾਈ, ਰਹਾਉ। ਪ੍ਰਾਣਪਤ ਕਹਿੰਦੇ ਨੇ ਜਿੰਦ ਦਾ ਮਾਲਕ, ਪ੍ਰਾਣਾਂ ਦਾ ਆਸਰਾ। ਹੇ ਮੇਰੀ ਮਾਂ, ਹੇ ਮੇਰੇ ਵਾਹਿਗੁਰੂ, ਮੈਂ ਕਿਹੜੇ ਗੁਣਾਂ ਦੀ ਬਰਕਤ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਾਣਾਂ ਦੇ ਆਸਰੇ ਪ੍ਰਮਾਤਮਾ ਨੂੰ ਮਿਲ ਸਕਾਂ? ਕਿਹੜੇ ਗੁਣਾਂ ਕਰਕੇ ਮੈਨੂੰ ਉਸ ਰੱਬ ਦੀ ਪ੍ਰਾਪਤੀ ਹੋਵੇ? ਕਵਣ ਗੁਣ ਪ੍ਰਾਣਪਤ ਮਿਲੋ ਮੇਰੀ ਮਾਈ। ਮੇਰੇ ਵਿੱਚ ਤਾਂ ਕੋਈ ਐਸਾ ਗੁਣ ਨਹੀਂ ਹੈ ਜਿਹੜੇ ਗੁਣਾਂ ਕਰਕੇ ਮੇਰਾ ਪਤੀ, ਮੇਰਾ ਮਾਲਕ ਮੇਰੇ ਤੇ ਪ੍ਰਸੰਨ ਹੋ ਜਾਵੇ। ਮੈਨੂੰ ਦੱਸੋ ਉਹ ਕਿਹੜੇ ਗੁਣ ਨੇ ਜਿਹੜੇ ਵਾਹਿਗੁਰੂ ਨੂੰ ਮਿਲਾ ਦਿੰਦੇ ਨੇ? ਕਿਹੜਾ ਕਰਮ ਕਰਾਂ ਜਿਹਦੇ ਕਰਕੇ ਮੇਰਾ ਖਸਮ, ਮੇਰਾ ਪਤੀ, ਮੇਰਾ ਪਰਮੇਸ਼ਰ ਮੇਰੇ ਤੇ ਤਰੁੱਠ ਪਵੇ, ਮੈਨੂੰ ਆਪਣੀ ਯਾਦ ਬਖਸ਼ ਦੇਵੇ, ਮੈਨੂੰ ਆਪਣਾ ਪਿਆਰ ਬਖਸ਼ ਦੇਵੇ। ਕਿਉਂਕਿ ਮੈਂ ਜਦੋਂ ਕਹਿੰਦੀ ਜੀਵ ਇਸਤਰੀ, ਆਪਾਂ ਸਾਰੇ ਮਾਈ ਭਾਈ ਜੀਵ ਰੂਪ ਇਸਤਰੀਆਂ, ਕਿਉਂਕਿ ਮੈਂ ਜਦੋਂ ਸੰਸਾਰ ਵੱਲ ਵੇਖਦੀ ਹਾਂ ਤਾਂ ਸਾਰਾ ਸੰਸਾਰ ਮੇਰੇ ਨਾਲੋਂ ਸੋਹਣਾ ਹੈ, ਮੇਰੇ ਨਾਲੋਂ ਮੱਤ ਜ਼ਿਆਦਾ ਰੱਖਣ ਵਾਲਾ ਹੈ, ਤੇ ਮੇਰੇ ਨਾਲੋਂ ਬਲ ਵੀ ਬਹੁਤ ਵਿੱਚ ਜ਼ਿਆਦਾ ਹੈ। ਤੇ ਇਸ ਕਰਕੇ ਮੈਂ ਜਦੋਂ ਆਪਣੇ ਵੱਲ ਵੇਖਦੀ ਹਾਂ, ਜੀਵ ਰੂਪ ਇਸਤਰੀ ਆਖਦੀ ਹੈ, ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸਨ ਦੂਰ ਤੇ ਆਈ। ਹੇ ਮੇਰੀ ਮਾਂ, ਹੇ ਮੇਰੇ ਵਾਹਿਗੁਰੂ, ਹੇ ਪਰਮੇਸ਼ਰ, ਸਤਿਗੁਰੂ ਮਹਾਰਾਜ ਜੀ, ਮੈਂ ਆਤਮਕ ਰੂਪ ਤੋਂ ਵੀ ਸੱਖਣੀ ਆ।
ਮੇਰਾ ਆਤਮਿਕ ਰੂਪ ਵੀ ਬਹੁਤਾ ਸੋਹਣਾ ਨਹੀਂ, ਕਿਉਂਕਿ ਨਾ ਮੇਰਾ ਨਿਤਨੇਮ ਹੈ, ਨਾ ਬੰਦਗੀ ਹੈ, ਨਾ ਸ਼ੁਭ ਕਰਮ ਨੇ। ਹਰ ਵੇਲੇ ਮੇਰੇ ਬੁਰੇ ਕਰਮ ਨੇ, ਬੁਰੇ ਫੁਰਨੇ ਨੇ, ਬੁਰਾ ਮੇਰਾ ਜੀਵਨ ਹੈ। ਰੂਪਹੀਨ ਤੇ ਬਾਹਰੀ ਤੌਰ ਤੇ ਵੀ ਮੇਰਾ ਰੂਪ ਕੋਈ ਬਹੁਤਾ ਸੋਹਣਾ ਨਹੀਂ। ਲੋਕੀ ਵੇਖ ਕੇ ਆਖਦੇ ਨੇ ਕੀ ਹੈ, ਇਹਦਾ ਕੋਈ ਬਹੁਤਾ ਸੋਹਣਾ ਸੁੰਦਰ ਰੂਪ ਨਹੀਂ ਹੈ। ਆਤਮਿਕ ਰੂਪ ਵੀ ਮੇਰਾ ਸੋਹਣਾ ਨਹੀਂ, ਜਿਹੜੇ ਰੂਪ ਕਰਕੇ ਆਪ ਜੀ ਤਰੁੱਠ ਪਵੋ। ਕਿਉਂਕਿ ਵਾਹਿਗੁਰੂ ਜਦੋਂ ਤਰੁੱਠਦਾ ਹੈ ਆਤਮਿਕ ਰੂਪ ਕਰਕੇ, ਸਰੀਰਾਂ ਦੇ ਰੂਪ ਵਾਹਿਗੁਰੂ ਨਹੀਂ ਵੇਖਦਾ। ਜੇ ਸਰੀਰਾਂ ਦੇ ਰੂਪ ਵੇਖਦੇ ਭੀਲਣੀ ਕਦੇ ਵੀ ਬਖਸ਼ੀ ਨਹੀਂ ਸੀ ਜਾਣੀ। ਉਹ ਪੰਡਤ ਲੋਕਾਂ ਨੂੰ ਭਗਵਾਨ ਰਾਮ ਗਲੇ ਨਾਲ ਲਾ ਲੈਂਦੇ, ਪਰ ਐਸਾ ਹੋਇਆ ਨਹੀਂ। ਜਿਹੜੀ ਆਤਮਿਕ ਰੂਪ ਕਰਕੇ ਸੋਹਣੀ ਸੀ ਭੀਲਣੀ, ਭੀਲਣੀ ਨੂੰ ਬਖਸ਼ਿਆ ਭਗਵਾਨ ਰਾਮ ਨੇ। ਮੈਂ ਆਤਮਿਕ ਰੂਪ ਕਰਕੇ ਵੀ ਸੋਹਣੀ ਨਹੀਂ ਹਾਂ, ਅਕਲ ਤੋਂ ਹੀਣੀ ਆ, ਬੁੱਧ ਬਲਹੀਨੀ। ਮੈਨੂੰ ਬਹੁਤੀ ਅਕਲ ਵੀ ਹੈ ਨਹੀਂ ਮੇਰੇ ਵਾਹਿਗੁਰੂ। ਮੇਰੇ ਅੰਦਰ ਉਹ ਗੁਣਾਂ ਵਾਲੀ ਅਕਲ ਨਹੀਂ ਹੈ ਜਿਹੜੇ ਗੁਣਾਂ ਕਰਕੇ ਆਪ ਜੀ ਤਰੁੱਠ ਪਵੋ, ਆਪ ਜੀ ਪ੍ਰਸੰਨ ਹੋ ਜਾਵੋ। ਅਕਲ ਤੋਂ ਹੀਣੀ ਆ ਮੈਂ। ਮੇਰੇ ਅੰਦਰ ਆਤਮਿਕ ਤਾਕਤ ਵੀ ਹੈ ਨਹੀਂ। ਰੂਪਹੀਨ, ਬੁੱਧ ਬਲਹੀਨੀ, ਮੋਹੇ ਪਰਦੇਸਣ ਦੂਰ ਤੇ ਆਈ। ਮੈਂ ਪਰਦੇਸਣ ਹਾਂ ਵਾਹਿਗੁਰੂ। ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ। ਵਾਹਿਗੁਰੂ ਜੀ ਤੁਹਾਡੇ ਚਰਨਾਂ ਨੂੰ ਮੈਂ ਆਪਣਾ ਘਰ ਨਹੀਂ ਕਦੇ ਬਣਾਇਆ। ਮੈਂ ਪਰਦੇਸਣ ਹਾਂ। ਪਰਦੇਸਣ ਦਾ ਭਾਵ ਹੈ ਬਹੁਤ ਸਾਰੀਆਂ ਜੂਨਾਂ ਦੇ ਸਫ਼ਰ ਤੋਂ ਬਾਅਦ ਇਹ ਮਨੁੱਖਾ ਜਨਮ ਵਿੱਚ ਆਈਆਂ। ਪਰਦੇਸਣ ਘੁੰਮ ਕੇ ਆਉਣਾ, ਕਿਤੋਂ ਪ੍ਰਦੇਸ਼ ਵਿੱਚੋਂ ਆਉਣਾ। 84 ਲੱਖ ਦਾ ਗੇੜਾ ਕੱਟ ਕੇ ਆਈਆਂ। ਮੋਹੇ ਪਰਦੇਸਣ ਦੂਰ ਤੋਂ ਆਈ, ਹਉ ਆਇਆ ਦੂਰੋਂ ਚੱਲ ਕੇ। ਇਹਦਾ ਅਰਥ ਵੀ ਇਹੀ ਹੈ। ਇਹਦਾ ਅਰਥ ਇਹ ਨਹੀਂ ਹੈ ਵੀ ਮੈਂ ਦੂਰ ਪਿੰਡ ਤੋਂ ਕਿਤੋਂ ਜਾਂ ਕਿਸੇ ਸ਼ਹਿਰ ਤੋਂ ਆਇਆ ਮਹਾਰਾਜ ਤੁਹਾਡੇ ਚਰਨਾਂ ਵਿੱਚ, ਨਹੀਂ। ਹਉ ਆਇਆ ਦੂਰੋਂ ਚੱਲ ਕੇ, 84 ਦਾ ਗੇੜਾ ਕੱਟ ਕੇ ਆਇਆ ਮਹਾਰਾਜ। ਮੈਂ ਤੱਕੀ ਤਉ ਸ਼ਰਨ ਆਏ ਜੀਓ। ਅੱਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮਹਾਰਾਜ, ਕਿਰਪਾ ਕਰੋ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਮਹਾਰਾਜ ਮੈਂ ਆਸਾ ਲੈ ਕੇ ਆਇਆ, ਮੈਨੂੰ ਦੁੱਖਾਂ ਤੋਂ ਬਰੀ ਕਰ ਦਿਓ, ਮੇਰੇ ਦੁੱਖ ਕੱਟ ਦਿਓ। ਨਾਹੇ ਨਾ ਦਰਬ ਨਾ ਜੋਬਨ ਮਾਤੀ, ਮੋਹੇ ਅਨਾਥ ਕੀ ਕਰੋ ਸਮਾਈ। ਹੇ ਮੇਰੇ ਪ੍ਰਾਣਾਂ ਦੇ ਆਸਰੇ ਪ੍ਰੀਤਮ, ਹੇ ਮੇਰੀ ਮਾਂ, ਮੇਰੇ ਪਾਸ ਤੇਰਾ ਨਾਮ ਧਨ ਨਹੀਂ ਹੈ। ਨਾਹੇ ਨਾ ਦਰਬ, ਦਰਬ ਦਾ ਅਰਥ ਹੈ ਧਨ। ਨਾਹੇ ਨਾ ਦਰਬ ਨਾ ਜੋਬਨ ਮਾਤੀ, ਮੇਰੇ ਪਾਸ ਤੇਰੇ ਨਾਮ ਦਾ ਧਨ, ਸਿਮਰਨ ਸੇਵਾ ਦੀ ਬਰਕਤ ਹੈ ਨਹੀਂ ਮਹਾਰਾਜ। ਮੇਰੇ ਅੰਦਰ ਆਤਮਿਕ ਗੁਣਾਂ ਦਾ ਜੋਬਨ ਵੀ ਨਹੀਂ। ਆਤਮਿਕ ਗੁਣ ਜਿਹੜੇ ਹੁੰਦੇ ਨੇ ਮਹਾਰਾਜ, ਦੈਵੀ ਗੁਣ, ਰੱਬੀ ਗੁਣ, ਉਹ ਵੀ ਮੇਰੇ ਕੋਲ ਹੈ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੋਹੇ ਅਨਾਥ ਕੀ ਕਰੋ ਸਮਾਈ। ਵਾਹਿਗੁਰੂ ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿੱਚ ਜੋੜ ਲਓ। ਮੈਂ ਅਨਾਥ ਬੇਆਸਰਾ, ਆਸਰਾ ਤੱਕ ਕੇ ਆਇਆ ਮਹਾਰਾਜ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਮਹਾਰਾਜ ਜੀ ਮੈਨੂੰ ਚਰਨਾਂ ਦਾ ਆਸਰਾ ਦਿਓ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ। ਹੇ ਮੇਰੀ ਮਾਂ, ਹੇ ਮੇਰੇ ਪ੍ਰਾਣਾਂ ਦੇ ਆਸਰੇ ਵਾਹਿਗੁਰੂ, ਆਪਣੇ ਪ੍ਰਾਣਪਤੀ ਪ੍ਰਮਾਤਮਾ ਦੇ ਦਰਸ਼ਨ ਵਾਸਤੇ ਮੈਂ ਪਿਆਸੀ ਫਿਰ ਰਹੀ ਹਾਂ। ਤਿਸਾਈ, ਮੈਂ ਪਿਆਸੀ ਫਿਰ ਰਹੀ ਹਾਂ। ਤ੍ਰੇਹ ਲੱਗ ਜਾਣੀ, ਤਿਹਾਈ ਜਿਵੇਂ ਆਪਾਂ ਕਹਿੰਦੇ ਵੀ ਤੇਹ ਲੱਗੀ ਹੈ, ਤੇ ਮੈਂ ਪਿਆਸੀ ਫਿਰ ਰਹੀ ਹਾਂ। ਉਸ ਪ੍ਰਾਣਾ ਦੇ ਪਤੀ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ। ਖੋਜਤ ਖੋਜਤ ਭਈ ਬੈਰਾਗਣ, ਬੈਰਾਗ ਪੈਦਾ ਹੋ ਗਿਆ। ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋਂ ਮੋਹ ਕਰੂੰ ਬੇਨਤੀ, ਕੋ ਸੰਤ ਮਿਲੈ ਬੜ ਭਾਗੀ। ਤੇ ਇਸ ਤਰ੍ਹਾਂ ਮਹਾਰਾਜ ਮੈਂ ਬਰਾਗਣ ਹੋ ਗਈ, ਮੈਂ ਕਮਲੀ ਹੋ ਗਈ। ਮੇਰੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਪਈ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਗੁਰੂ ਨਾਨਕ ਦੇਵ ਸਾਹਿਬ ਜੀ ਆਖਦੇ ਹਨ ਕਿ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਹੇ ਕਿਰਪਾ ਦੇ ਸਾਗਰ, ਹੇ ਕਿਰਪਾ ਦੇ ਘਰ, ਹੇ ਪ੍ਰਮਾਤਮਾ, ਤੁਹਾਡੀ ਮਿਹਰ ਦੇ ਨਾਲ ਸਾਧ ਸੰਗਤ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ। ਵੇਖੋ ਅਖੀਰ ਤੇ ਬਚਨ ਕੀ ਆਉਂਦਾ ਹੈ, ਜਦੋਂ ਜੀਵ ਗੁਰੂ ਦੀ ਹਜ਼ੂਰੀ ਵਿੱਚ ਬੈਠਦਾ, ਸੰਗਤ ਵਿੱਚ ਆ ਕੇ ਬੈਠਦਾ ਹੈ, ਤਾਂ ਫਿਰ ਇਹਦੀ ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਦੋਂ ਇਹ ਬਾਹਰੀ ਤੌਰ ਤੇ ਗੁਰੂ ਦੇ ਦਰਸ਼ਨ ਕਰਦਾ ਹੈ, ਫਿਰ ਗੁਰੂ ਜੀ ਇੱਥੋਂ ਇਹਦਾ ਰਸਤਾ ਸ਼ੁਰੂ ਹੁੰਦਾ ਹੈ। ਫਿਰ ਇਹਦੇ ਅੰਦਰ ਦਾ ਜਿਹੜਾ ਨਾ
ਬਾਹਰੀ ਦਰਸ਼ਨ ਫਿਰ ਇਹਨੂੰ ਅੰਦਰ ਦੇ ਦਰਸ਼ਨਾਂ ਵੱਲ ਲੈ ਜਾਂਦੇ ਨੇ, ਕਿਉਂਕਿ ਪਹਿਲਾਂ ਬਾਹਰ ਮੁਖੀ ਸੀ, ਫਿਰ ਇਹਨੂੰ ਅੰਦਰ ਦਿਸਣ ਲਾਤਾ ਮਹਾਰਾਜ ਨੇ, ਅੰਤਰਮੁਖ ਹੋ ਗਿਆ। ਜਦੋਂ ਅੰਤਰਮੁਖ ਹੋਇਆ ਫਿਰ ਇਹਦੇ ਮੁਖਾਰ ਬਿੰਦ ਤੋਂ ਆਪ ਇਹ ਬਚਨ ਨਿਕਲਦਾ, ਓਹੋ ਸਭ ਕਿਛ ਘਰ ਮੈਂ ਹੈ, ਬਾਹਰ ਨਾਹੀ ਬਾਹਰ ਟੋਲੈ, ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਤੇ ਜਦੋਂ ਗੁਰੂ ਦੀ ਕਿਰਪਾ ਨਾਲ ਸਿੱਖ ਦੀ ਸੁਰਤ ਅੰਦਰ ਉਤਰ ਜਾਵੇ ਤੇ ਸ਼ਬਦ ਨੂੰ ਪਕੜ ਲਵੇ, ਤੇ ਫਿਰ ਇਹ ਜਿਹੜਾ ਨਾ ਇਹਦੇ ਕੋਲ ਫਿਰ ਦੋ ਚੀਜ਼ਾਂ ਝੋਲੀ 'ਚ ਮਹਾਰਾਜ ਪਾਉਂਦੇ ਨੇ, ਸੇਵਾ ਤੇ ਸਿਮਰਨ। ਬਸ ਸੇਵਾ ਤੇ ਸਿਮਰਨ ਹੀ ਇਹਨੂੰ ਉਹ ਮੰਜ਼ਿਲਾਂ ਤੱਕ ਲੈ ਕੇ ਜਾਣਗੇ ਜਿੱਥੇ ਸਾਡੀ ਆਤਮਾ ਦੀ ਪਰਮਾਤਮਾ ਦੇ ਘਰ ਤੱਕ ਪਹੁੰਚ ਗੁਰੂ ਦੀ ਕਿਰਪਾ ਨਾਲ ਹੋ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਜੀ ਕਰਵਾਉਂਦੇ ਨੇ, ਆਪ ਜੀ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਪਾਤਸ਼ਾਹ ਦੇ ਹਜ਼ੂਰੀ ਵਿੱਚ ਬੈਠ ਕੇ ਆਨੰਦ ਮਾਣਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਚਰਨਾਂ ਦੀ ਪ੍ਰੀਤ ਬਖਸ਼ਣ, ਸਭ ਦੇ ਘਰਾਂ ਵਿੱਚ ਮਹਾਰਾਜ ਸੁੱਖ ਵਰਤਾਉਣ। ਨਗਰ ਦੀ ਸੰਗਤ, ਇਲਾਕੇ ਦੀ ਸੰਗਤ, ਮੇਰੇ ਜੋ ਵੀ ਦੋਸਤ ਮਿੱਤਰ ਦੇਸ਼ ਵਿਦੇਸ਼ ਵਿੱਚ ਬੈਠ ਕੇ ਸੁਣਦੇ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਤੰਦਰੁਸਤੀਆਂ ਬਖਸ਼ਣ, ਕਾਰਜਾਂ ਵਿੱਚ ਵਾਧੇ ਕਰਨ, ਮਹਾਰਾਜ ਜੀ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਣ। ਸੇਵਾ ਤੇ ਸਿਮਰਨ ਦੀ ਦਾਤ, ਖੰਡੇ ਕੀ ਪਾਹੁਲ ਲੈ ਕੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸ਼ਬਦ ਗੁਰੂ ਗੁਰਬਾਣੀ ਦੇ ਲੜ ਲੱਗੋ, ਨਿਤਨੇਮ ਕਰੋ, ਬਾਣੀ ਪੜ੍ਹੋ, ਨਸ਼ਿਆਂ ਦਾ ਤਿਆਗ ਕਰੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਆਨੰਦ ਸਾਹਿਬ ਦੇ ਵਿੱਚ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਘਰ ਸ਼ਾਂਤ ਸੁਖ ਮਾਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਬੜ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ
ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਾਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।